सौखा जिहा इलाज दस देण भी SDM कोल आह कागज डाकूमेंट लैके चले जाओ, उत्थे आह फीस भर देण, असीं भरन नूं तैयार हाँ जी। असीं अज भुखे मरदे हाँ, बेबस हो गए हाँ। असीं चाहुंदे हाँ भी सानूं कोई ना कोई साडा हल कीता जाए। शराब दे ठेकेदारां नूं तुसीं 3 महीने रिलीफ दे सकदे हाँ। असीं की पाप कीता जी? असीं की चोरियां कर रहे हैं? असीं की लोकां दे चिट्टा वेच रहे? कारोबार करदे हाँ, छोटा छोटा कारोबार करके 10-10 15-15 परिवारां नूं रोटी खवा रहे हैं। असीं सारे बंदे एकजुट मिल परत के जी। आस की रखते हो भगवंत मान तो की आस है सर अज दी स्थिति 'च 1 महीना हो गया जी। अज तो सानूं आस कोई नहीं लगदी, कोई आस नहीं लगदी। अज की तरीक 'च कोई आस नहीं हैगी जी। सानूं आस सीगी, असीं सारे लोकां ने आस समझी सी भी बदल चाਹਿਆ सी जी, भी वाकई बदल आउणा चाहीदा। इस करके वारी नहीं आई किसी होर दी। पर हुण अज सवेरे इलैक्शन करा लो जी, आस दा सवेरे ही पता लग सकदा। इलैक्शन सवेरे हो जाए तो फिर पता लग सकता भी आस की आ। ਅੱਗੇ ਕੀ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਅੱਗੇ ਕੀ ਪ੍ਰੋਟੈਸਟ ਕਰੋਗੇ, ਧਰਨਾ ਦੋਗੇ, ਅੱਗੇ ਕੀ ਕਰੋਗੇ? ਅਸੀਂ ਤਾਂ ਫਿਰ ਰੋਡਾਂ ਹੀ ਜਾਮ ਕਰਾਂਗੇ ਜੀ, ਹੋਰ ਕੀ ਕਰਾਂਗੇ? ਇਸ ਤੋਂ ਬਾਅਦ ਤਾਂ ਫਿਰ ਰੋਡਾਂ ਹੀ ਜਾਮ ਕਰਾਂਗੇ। ਅਸੀਂ ਮਸ਼ੀਨਰੀ ਲੈ ਕੇ ਸੜਕ ਤੇ ਕਢਾ ਦਾਂਗੇ ਸਾਰੀ ਆਪਦੀ, ਹੋਰ ਕਿੱਥੇ ਜਾਵਾਂਗੇ? ਚੱਕ ਕੇ ਸਾਨੂੰ ਅੰਦਰ ਕਰ ਦੇਣਗੇ ਜਿਹੜੇ ਬੰਦੇ ਅੰਦਰ ਗਏ ਨੇ। ਬੈਂਕਾਂ ਨੇ ਤਾਂ ਲਈ ਜਾਣੀ ਹੈ ਮਸ਼ੀਨਰੀ ਸਾਡੀ, ਕਿਸ਼ਤਾਂ ਨਹੀਂ ਜਾਂਦੀਆਂ ਪਈਆਂ। ਕਿਸ਼ਤਾਂ ਦਈਏ ਕਿੱਥੋਂ ਜੀ? ਅਸੀਂ ਤਾਂ ਡਰਾਈਵਰਾਂ ਦੀ ਤਨਖਾਹ ਬਹੁਤ ਔਖੀ ਦੇ ਰਹੇ ਹਾਂ ਜੀ, ਡਰਾਈਵਰ ਵਿਚਾਰੇ ਘਰੇ ਬੈਠੇ ਨੇ। ਸਾਰੇ MLA ਸਾਨੂੰ ਕਹਿੰਦੇ ਸੀ ਵੀ ਤੁਹਾਨੂੰ 2-4 ਦਿਨਾਂ ਦੇ ਵਿੱਚ ਅਸੀਂ ਇਸ ਮਸਲੇ ਦਾ ਹੱਲ ਕੱਢ ਕੇ CM ਸਾਹਿਬ ਨਾਲ ਗੱਲ ਕਰਕੇ ਦੱਸਾਂਗੇ। ਅੱਜ 1 ਮਹੀਨਾ ਹੋ ਗਿਆ ਜੀ, ਉਸੇ ਸਟੇਜ ਤੇ ਅਸੀਂ ਫੇਰ ਖੜੇ ਹਾਂ ਸਰ, ਕੋਈ ਹੱਲ ਨਹੀਂ ਹੋਇਆ। ਸਾਡੇ ਕਿਸ਼ਤਾਂ ਵਾਲੇ ਸੰਦ ਆ, ਅੱਜ ਅਸੀਂ ਸਾਡਾ ਸੀਜ਼ਨ ਹੁੰਦਾ ਜੀ ਆ 2 ਮਹੀਨੇ ਦਾ, ਕਿਉਂਕਿ ਕਣਕ ਦੀ ਵਾਢੀ ਤੋਂ 2 ਮਹੀਨੇ ਬਾਅਦ ਝੋਨੇ ਦੀ ਬਿਜਾਈ ਹੁੰਦੀ ਆ, ਉਨੀ ਦੇਰ 'ਚ ਖੇਤ ਖਾਲੀ ਹੁੰਦੇ ਆ। ਇਹ 2 ਮਹੀਨੇ ਦੇ ਵਿੱਚ ਅਸੀਂ ਆਪਣੇ ਸਾਲ ਭਰ ਦੀ ਰੋਟੀ ਕਮਾਉਣੀ ਹੁੰਦੀ ਆ ਜੀ। ਤੇ ਅਸੀਂ ਉਹ ਮਤਲਬ ਸਾਡਾ 1 ਮਹੀਨਾ ਖਰਾਬ ਹੋ ਗਿਆ, 1 ਮਹੀਨਾ ਰਹਿ ਗਿਆ ਜੀ। ਹੁਣ ਉਹ ਵੀ ਪਤਾ ਕੋਈ ਨਹੀਂ, ਸਾਨੂੰ ਆਸ ਨਹੀਂ ਵੀ ਕੰਮ ਚੱਲਣੇ ਆ ਕਿ ਨਹੀਂ ਚੱਲਣੇ। ਉਹ ਬੰਦੇ ਨੇ ਵੀਰ ਜੀ ਜਿਨ੍ਹਾਂ ਨੇ ਆਗੂ ਹੋ ਕੇ ਸਾਰਿਆਂ ਨੂੰ MLA ਨੂੰ ਵੋਟ ਪਵਾਈ, ਆਮ ਆਦਮੀ ਪਾਰਟੀ ਨੂੰ। ਅਸੀਂ ਉਹ ਬੰਦਿਆਂ ਦੇ ਵਿੱਚੋਂ ਆ ਸਾਰੇ ਜਿਨ੍ਹਾਂ ਨਾਲ ਜੁੜ ਕੇ ਵੋਟਾਂ ਪਵਾਈਆਂ ਨੇ ਜੀ। ਅੱਜ ਸਾਨੂੰ ਸਾਡੇ ਨਾਲ ਧੱਕਾ ਹੋ ਰਿਹਾ ਬਹੁਤ ਜ਼ਿਆਦਾ। ਅਸੀਂ ਗਰੀਬ ਬੰਦੇ ਆ, ਇੱਕ ਟਰਾਲੀ ਵਾਲੇ ਦੇ ਮਾਲਕਾਂ ਮੁੰਡੇ 3-4 ਹੈਗੇ ਸਾਡੇ ਨਾਲ, ਲੁਧਿਆਣੇ ਤੋਂ ਆਏ ਅਸੀਂ। ਸਾਡੇ ਸਾਰਿਆਂ ਨਾਲ ਧੱਕਾ ਹੋ ਰਿਹਾ ਇਹ ਆਗੂ ਅੱਗੇ ਹੋ ਕੇ ਵੋਟਾਂ ਪਵਾਉਣ ਦਾ। ਆਹੀ ਸਾਨੂੰ ਅਗਰ ਸਾਨੂੰ ਪਤਾ ਹੁੰਦਾ ਕਿ ਸਾਡੇ ਨਾਲ ਆ ਹੋਣਾ ਸੀ ਤਾਂ ਅਸੀਂ ਕਦੇ ਵੀ ਨਹੀਂ ਸੀ ਇਹਨਾਂ ਦੇ ਨਾਲ ਤੁਰਨਾ ਜੀ। ਹੁਣ ਮੰਨ ਲਓ ਆ ਗੱਡੀ ਆ ਤੁਹਾਡੇ ਮਾਲਕੀ ਦੀ ਗੱਡੀ ਆ, ਤੁਸੀਂ ਵੇਚਣੀ ਆ, ਇਹ ਤੇ ਕਾਹਦੀ ਚੋਰੀ ਦੀ ਲੱਗ ਜੂ? ਜ਼ਿਮੀਂਦਾਰ ਦੀ ਮਾਲਕੀ ਜ਼ਮੀਨ ਦੇ ਵਿੱਚੋਂ ਮਿੱਟੀ ਦਿੰਦਾ ਸਾਨੂੰ, ਫੇਰ ਵੀ 379 ਲੱਗ ਜਾਂਦੀ ਆ। ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਾਹਦੀ ਗੱਲ ਹੈ ਇਹ। ਸਾਨੂੰ ਤਾਂ ਆਸ ਸੀ ਇਸ ਸਰਕਾਰ ਤੇ ਵੀ ਬਹੁਤ ਵਧੀਆ ਸਿਸਟਮ ਚੱਲੂਗਾ, ਪਰ ਇਹ ਪਿੱਛੇ ਸਰਕਾਰਾਂ ਕਿੰਨੀਆਂ ਆ ਕੇ ਚਲੇ ਗਈਆਂ, ਪਰ ਇਹੋ ਜੀ ਮੈਂ ਨਹੀਂ ਇਹ ਸਿਸਟਮ ਨਹੀਂ ਦੇਖਿਆ ਹੈਗਾ। ਅਸੀਂ ਕਿਸ਼ਤਾਂ ਭਰਨੀਆਂ ਨੇ, ਸਾਡੀਆਂ ਕਿਸ਼ਤਾਂ ਵੀ ਟੁੱਟ ਗਈਆਂ। ਅਸੀਂ ਕੀ ਕਰੀਏ ਹੁਣ, ਕਿੱਧਰ ਨੂੰ ਜਾਈਏ? ਸਰਕਾਰ ਨਾ ਤਾਂ ਕੋਈ ਨੌਕਰੀ ਤਾਂ ਦੇਣੀ ਕੀ ਹੈ, ਇਹਨਾਂ ਨੇ ਤਾਂ ਸਾਡੇ ਵਾਲਾ ਕੰਮ ਵੀ ਕਢਾਤਾ ਸਾਰਾ। ਜ਼ਿਮੀਂਦਾਰ ਅੱਡ ਬੈਠੇ ਨੇ, ਉਹਨਾਂ ਨੇ ਆਪਦਾ ਗਾਹਾਂ ਝੋਨਾ ਬੀਜਣਾ, ਪਿਛਲੀ ਫਸਲ ਵੀ ਵਰ ਗਈ ਕਣਕ ਵਾਲੀ, ਅਗਲਾ ਝੋਨਾ ਬੀਜਣਾ ਅਸੀਂ ਖਾਲੀ ਨਹੀਂ ਕਰਕੇ ਦੇ ਸਕਦੇ। ਇੱਕ ਸਰਕਾਰੀ ਰਜਿਸਟਰਡ ਫਰਮਾਂ ਦੇ ਮਾਲਕ ਹਾਂ ਅਸੀਂ। ਸਰਕਾਰ ਤੋਂ GST ਨੰਬਰ ਲਏ ਹੋਏ ਆ, ਬਕਾਇਦਾ ਅਸੀਂ ਕਾਨੂੰਨ ਬਣਿਆ ਵੀ ਤੁਸੀਂ ਕਿੱਥੋਂ ਚੀਜ਼ ਖਰੀਦੀ ਆ ਤੇ ਕਿੱਥੇ ਵੇਚੀ ਆ। ਬਕਾਇਦਾ ਅਸੀਂ ਜ਼ਿਮੀਂਦਾਰ ਨੂੰ ਪੱਕੇ 'ਚ ਮਤਲਬ ਉਹਦੇ ਅਕਾਊਂਟ 'ਚ ਪੈਸੇ ਪਾਉਂਦੇ ਆ, ਉਹ ਅਸੀਂ 5% ਨਾਲ ਵੀ ਟੈਕਸ ਕੱਟਦੇ ਆ। ਪੱਕੇ ਬਿੱਲ ਕੱਟਣ ਦੇ ਬਾਵਜੂਦ, ਫਰਮਾਂ ਰਜਿਸਟਰਡ ਹੋਣ ਦੇ ਬਾਵਜੂਦ ਵੀ 9-9 ਲੱਖ ਰੁਪਈਆ ਸਰ GST ਹੈ ਇੱਕ ਗੱਡੀ ਦੇ ਉੱਤੇ ਜਿਹੜਾ ਅਸੀਂ ਪੇ ਕਰਦੇ ਆ। ਤੇ ਅਸੀਂ ਸਰਕਾਰ ਨੂੰ ਟੈਕਸ ਦੇਣ ਦੇ ਬਾਵਜੂਦ ਵੀ ਅਸੀਂ ਚੋਰ ਹਾਂ ਜੀ। 379 ਧਾਰਾ ਸਾਡੇ ਤੇ ਲੱਗਦੀ ਆ ਤੇ ਸਾਡੇ ਤੇ ਪਰਚਾ ਹੁੰਦਾ। ਹਾਈ ਕੋਰਟ ਤੋਂ ਥੱਲੇ ਜ਼ਮਾਨਤ ਨਹੀਂ ਹੁੰਦੀ। 60 ਲੱਖ ਰੁਪਏ ਦੀ ਮਸ਼ੀਨ ਆ, 3 ਫੁੱਟ ਤੱਕ ਜਦੋਂ ਜ਼ਿਮੀਂਦਾਰ ਤੋਂ ਅਸੀਂ ਚੀਜ਼ ਮੁੱਲ ਲਈ ਆ ਜੀ, ਤੇ ਉਹਦਾ ਐਫੀਡੈਵਿਟ ਕਰਾਇਆ, ਉਹਦੇ ਖਾਤੇ 'ਚ ਪੈਸੇ ਪਾਏ ਆਪਣੀ ਕਰੰਟ ਅਕਾਊਂਟ ਵਾਲੀਆਂ ਫਰਮਾਂ ਤੋਂ। ਫਿਰ ਅਸੀਂ ਚੋਰ ਕਿੱਦਾਂ ਹੋ ਗਏ ਜੀ? 379 ਧਾਰਾ ਸਾਡੇ ਤੇ ਕਿਵੇਂ ਲੱਗ ਗਈ? ਪਰ ਕੋਈ ਕਾਨੂੰਨ ਨਹੀਂ ਜੀ ਇੱਥੇ। ਮਤਲਬ ਸਿਰਫ ਤੇ ਸਿਰਫ ਇੱਕ ਆ ਮੋਬਾਈਲ ਵਾਲਾ ਮੀਡੀਆ ਜਿਹੜਾ ਇੱਕ ਛੋਟੇ ਲੈਵਲ ਦਾ ਮੀਡੀਆ, ਵੱਡੇ ਲੈਵਲ ਦਾ ਮੀਡੀਆ ਨਹੀਂ ਤੰਗ ਕਰ ਰਿਹਾ ਸਾਨੂੰ। ਕੋਈ ਵੀ ਮੇਨ ਬੰਦਾ, ਜਿੱਦਾਂ ਤੁਸੀਂ ਆਪਣਾ ਚੈਨਲ ਲੈ ਕੇ ਗਏ, ਇਦਾਂ ਦਾ ਕੋਈ ਮੀਡੀਆ ਵਾਲਾ ਤੰਗ ਨਹੀਂ ਕਰ ਰਿਹਾ। ਜਿਹੜੇ ਛੋਟੇ ਲੈਵਲ ਦੇ ਮੋਬਾਈਲ ਚੱਕੀ ਫਿਰਦੇ ਲੜਕੇ ਆ, ਉਹੀ ਸਾਨੂੰ ਤੰਗ ਕਰ ਰਿਹਾ। ਪਰਚੇ ਸਾਡੇ ਤੇ ਉਹ ਕਰਾ ਰਿਹਾ। ਉਹ ਕਹਿੰਦੇ ਜੀ ਵੀਡੀਓ ਗਈ ਆ, ਤੁਹਾਡੀ ਵੀਡੀਓ ਤੇ ਪਰਚਾ ਦੇਣ ਲੱਗੇ। ਸਾਨੂੰ ਉੱਪਰੋਂ ਅਧਿਕਾਰ ਆ ਜੀ, ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਉੱਪਰ ਕੌਣ ਆ ਜੀ, ਉੱਪਰ ਕਿਹੜਾ ਅਧਿਕਾਰ ਕਰੀ ਜਾਂਦਾ ਜੀ। ਦੇਖੋ ਭਗਵੰਤ ਮਾਨ ਆ, ਹੁਣ ਉਹਨੂੰ ਤਾਂ ਅਸੀਂ ਸਾਰੇ ਨਾ ਸਾਨੂੰ ਮਿਲਣ ਦਾ ਸਮਾਂ ਮਿਲਦਾ ਵਾ, ਨਾ ਸਾਨੂੰ ਕੋਈ ਮਿਲਾ ਸਕਦਾ। ਸਾਨੂੰ ਇਹਨਾਂ ਤੇ ਆਸ ਆ। ਕਿੰਨੇ ਕਿਸਾਨਾਂ ਦੇ ਪਰਚਾ ਆ ਤੁਹਾਡੇ ਉਸ ਹਲਕੇ 'ਚ? 10-12 ਸਾਡੇ ਜਿਹੜੇ ਮੈਨੂੰ ਸਾਡੇ ਨਾਲ ਬੰਦੇ ਨੇ, 10-12 ਕਿਸਾਨਾਂ ਤੇ, ਨਾਲ ਕਿਸਾਨ ਤੇ ਵੀ ਪਰਚਾ ਹੁੰਦਾ। ਇਹ ਜਿਹੜਾ ਜ਼ਮੀਨ ਦਾ ਮਾਲਕ ਆ। ਹੁਣ ਜੋ ਰਿਹਾ ਹੋ ਗਏ ਨੇ, ਜੋ ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਦੇ ਮਾਮਲਾ ਦਰਜ, ਉਹ ਜ਼ਮਾਨਤ 15-20 ਦਿਨ ਤਾਂ ਜ਼ਮਾਨਤ ਨਹੀਂ ਹੁੰਦੀ, ਉੱਥੋਂ ਤਾਂ ਰੱਦ ਹੋ ਜਾਂਦੀ ਆ। ਫਿਰ ਕੋਰਟ 'ਚੋਂ ਆ ਗਏ, ਹੁਣ ਇੰਨੀ ਸਖਤੀ ਹੋ ਗਈ ਆ, ਪਹਿਲਾਂ ਤਾਂ ਜ਼ਮਾਨਤ ਉੱਥੋਂ ਹੀ ਹੋ ਜਾਂਦੀ ਸੀਗੀ। ਚੰਨੀ ਸਰਕਾਰ ਨੇ ਜ਼ੁਬਾਨੀ ਇੱਕ ਗੱਲ ਕਹੀ ਸੀ, ਕੋਈ ਵੀ ਕਿਸਾਨ ਆਪਣੇ ਖੇਤਾਂ ਵਿੱਚੋਂ 3 ਫੁੱਟ ਤੱਕ ਮਿੱਟੀ ਪੁੱਟ ਸਕਦਾ ਹੈ, ਨਾ ਉਸ ਤੇ ਕਾਰਵਾਈ ਹੋਏਗੀ, ਨਾ ਹੀ ਕੋਈ ਪੈਸਿਆਂ ਦਾ ਲੈਣ ਦੇਣ ਹੋਏਗਾ। ਹੁਣ ਅਸੀਂ ਬਿਲਕੁਲ ਕਲੀਅਰ ਕਰਤਾ ਹੈ कि कोई जिम्मेदार अपनी 3 फुट तक मिट्टी चुकावे, कोई पैसा नहीं लेना किसी ने, ना ही जाना है, ना कोई मंजूरी की लोड़ है। ਚੰਨੀ ਸਾਹਿਬ ਦੀ ਸਟੇਟਮੈਂਟ ਮੀਡੀਆ ਦੇ ਵਿੱਚ ਔਨ ਰਿਕਾਰਡ ਹੈ, ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ
ਸਰਕਾਰ ਆ ਜਾਂਦੀ ਹੈ। ਕਿਸਾਨ ਉਸੇ ਤਰੀਕੇ ਦੇ ਨਾਲ ਹੀ 3 ਫੁੱਟ ਮਿੱਟੀ ਪੁੱਟ ਰਹੇ ਸਨ, ਪਰ ਸਰਕਾਰ ਬਦਲਿਆਂ ਹੀ ਹੁਣ ਕਈ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਨੇ। ਉੱਥੇ ਮੌਜੂਦ ਜੋ ਮਸ਼ੀਨਾਂ ਖੜੀਆਂ ਸੀ, ਪੁਲਿਸ ਵਾਲੇ ਮਸ਼ੀਨਾਂ ਵੀ ਚੁੱਕ ਕੇ ਲੈ ਗਏ ਨੇ। ਹੁਣ ਸਾਰੇ ਹੀ ਤੁਸੀਂ ਜਿਵੇਂ ਸਕਰੀਨ ਉੱਤੇ ਦੇਖ ਰਹੇ ਹੋ, ਇਹ ਕਿਸਾਨ ਮੁਹਾਲੀ ਦੇ ਵਿੱਚ ਆਏ ਨੇ ਔਰ ਗੱਲਬਾਤ ਜਥੇਬੰਦੀਆਂ ਅੱਜ ਕਰਨਗੀਆਂ ਦੇ ਨਾਲ। ਜੋ ਚੰਨੀ ਸਰਕਾਰ ਦਾ ਨੋਟੀਫਿਕੇਸ਼ਨ ਸੀ, ਜੋ ਪ੍ਰੈਸ ਵਿੱਚ ਉਹਨਾਂ ਨੇ ਗੱਲ ਕਹੀ ਸੀ, ਉਸ ਉੱਪਰ ਅਮਲ ਕਿਉਂ ਨਹੀਂ ਕੀਤਾ ਜਾ ਰਿਹਾ, ਕਿਉਂ ਇਹਨਾਂ ਕਿਸਾਨਾਂ ਦੇ ਉੱਤੇ ਪਰਚੇ ਹੋ ਰਹੇ ਨੇ ਔਰ ਕਿਉਂ ਸਮਾਨ ਜੋ ਮਸ਼ੀਨਰੀ ਹੈ ਵਾਪਸ ਨਹੀਂ ਗਈ। ਜੇ ਭਗਵੰਤ ਮਾਨ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ 3 ਫੁੱਟ ਤੱਕ ਕਿਸਾਨ ਆਪਣੀ ਮਿੱਟੀ ਨਹੀਂ ਪੁੱਟ ਸਕਦੇ, ਤਾਂ ਚੰਨੀ ਸਰਕਾਰ ਦੇ ਉਸ ਪ੍ਰੈਸ ਕਾਨਫਰੰਸ ਉੱਤੇ ਕੋਈ ਨੋਟੀਫਿਕੇਸ਼ਨ ਜਾਰੀ ਕਰਨਾ ਸੀ, ਪਰ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਸਾਡੇ ਨਾਲ ਕਿਸਾਨ ਮੌਜੂਦ ਨੇ ਤੇ ਅਮਰੀਕ ਸਿੰਘ ਮੌਜੂਦ ਨੇ, ਜਿਨ੍ਹਾਂ ਦਾ ਪਿੰਡ ਨਾਤਾ ਹੈ। ਉੱਥੇ ਵੀ ਮਸ਼ੀਨਾਂ ਚੁੱਕੀਆਂ ਗਈਆਂ ਨੇ ਤੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਨੇ। ਅਮਰੀਕ ਸਿੰਘ ਨਾਲ ਗੱਲਬਾਤ ਕਰਾਂਗੇ, ਕਿੰਨੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਨੇ ਔਰ ਕਿੰਨੀਆਂ ਮਸ਼ੀਨਾਂ ਚੁੱਕੀਆਂ ਗਈਆਂ ਨੇ। ਅਮਰੀਕ ਸਿੰਘ ਸਾਡੇ ਨਾਲ ਨੇ। ਅਮਰੀਕ ਜੀ, ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਪਹਿਲਾਂ ਮੈਂ ਧੰਨਵਾਦ ਕਰਦਾ ਪੰਜਾਬ ਨਿਊਜ਼ ਵਾਲਾ ਦਾ। ਮੇਰਾ ਪਹਿਲਾ ਸਵਾਲ ਇਹ ਹੈ ਕਿ ਚੰਨੀ ਸਰਕਾਰ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਦੀ ਗੱਲ ਕਰੀਏ ਕਿ ਤੁਸੀਂ ਮਿੱਟੀ ਪੁੱਟਦੇ ਸੀ ਖੇਤਾਂ 'ਚੋਂ? ਮੈਂ 20-22 ਸਾਲ ਦਾ ਇਹ ਕੰਮ ਕਰਦਾ ਜੀ, ਮਿੱਟੀ ਭਰਤ ਦਾ ਕੰਮ, ਤੇ ਕੋਈ ਚੱਕਰ ਨਹੀਂ ਪਿਆ ਹੈਗਾ। ਮਾੜਾ ਮੋਟਾ ਸਿਸਟਮ ਦੇ ਵਿੱਚ ਤਾਂ ਚੱਲਦਾ ਹੀ ਰਹਿਣਾ, ਤੁਹਾਨੂੰ ਪਤਾ ਹੀ ਆ। ਤੇ ਚੰਨੀ ਸਰਕਾਰ ਜਦੋਂ ਇਹਨੇ ਲਾਸਟ 3 ਮਹੀਨੇ ਰਹਿੰਦੇ ਸੀ ਸਰਕਾਰ ਦੇ, ਚੰਨੀ ਸਰਕਾਰ ਨੇ ਆਪਦੇ ਮੰਤਰੀ ਸੱਦੇ, ਇਹਨੇ ਆਪਦਾ ਨੋਟੀਫਿਕੇਸ਼ਨ ਜਾਰੀ ਕੀਤਾ, ਪ੍ਰੈਸ ਸੱਦੀ। ਪ੍ਰੈਸ ਦੇ ਵਿੱਚ ਇਹਨਾਂ ਨੇ 3 ਫੁੱਟ ਮਿੱਟੀ ਦਾ ਕਰਤਾ ਬੰਧਨ ਵੀ 3 ਫੁੱਟ ਤੋਂ ਵੱਧ ਨਹੀਂ ਮਿੱਟੀ ਚਕਾਊਗਾ। 3 ਫੁੱਟ ਤੱਕ ਸਾਡਾ ਕੋਈ ਵੀ ਬੰਦਾ ਨਹੀਂ ਜਾਊਗਾ, ਇਹਨਾਂ ਤੇ ਕੋਈ ਰੈਲਟੀ ਨਹੀਂ ਹੈਗੀ, ਕੋਈ ਟੈਕਸ ਨਹੀਂ ਹੈਗਾ। ਜ਼ਿਮੀਂਦਾਰ ਆਪਦੇ ਖੇਤ ਦੇ ਵਿੱਚੋਂ 3 ਫੁੱਟ ਤੱਕ ਮਿੱਟੀ ਚਕਾ ਕੇ ਆਪਦਾ ਕੋਈ ਵੀ ਕਾਰਜ ਕਰਨਾ ਉਹ ਕਰ ਸਕਦਾ, ਇਹ ਤੇ ਕੋਈ ਮਨਾਹੀ ਨਹੀਂ। ਕੋਈ ਸਾਡਾ ਮੀਡੀਆ ਦਾ ਨਹੀਂ ਕੋਈ ਬੰਦਾ ਜਾਊ, ਨਾ ਕੋਈ ਇੱਥੇ ਪੁਲਿਸ ਮੁਲਾਜ਼ਮ, ਨਾ ਕੋਈ ਸਾਡਾ ਮੈਨਗਲਾ ਡਿਪਾਰਟਮੈਂਟ ਵਾਲਾ, ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਹੈਗਾ। ਚੰਨੀ ਸਰਕਾਰ ਨੇ ਸਾਨੂੰ ਇਹ ਸੋਟ ਕਰਤੀ। ਉਸ ਤੋਂ ਬਾਅਦ ਚੱਲਦਾ ਰਿਹਾ 5-6 ਮਹੀਨੇ। ਆਹ ਭਗਵੰਤ ਮਾਨ ਦੀ ਸਰਕਾਰ ਆਈ ਆ, ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਹੈਗਾ। ਸਾਡੇ ਲੁਧਿਆਣੇ ਦੇ ਨਾਲ ਜਿਹੜੇ 5-7 ਹਲਕੇ ਨੇ, 12-15 ਬੰਦਿਆਂ ਤੇ ਪਰਚੇ ਹੋ ਗਏ, ਚਾਹੇ ਮਸ਼ੀਨਰੀ ਚੱਲਦੀ ਸੀ ਚਾਹੇ ਖੜੀ ਸੀਗੀ, ਤੇ ਉਹਨਾਂ ਨੇ ਇਹ ਨਹੀਂ ਦੇਖਿਆ ਚਾਹੇ 2 ਫੁੱਟ ਮਿੱਟੀ ਚੱਕਦੇ ਸੀ ਚਾਹੇ 3 ਚੱਕਦੇ ਸੀ, ਮਸ਼ੀਨਰੀ ਚੱਕ ਕੇ ਥਾਣੇ ਲੈ ਗਏ। ਬੰਦੇ ਤਾਂ ਚਲੋ ਤੁਹਾਨੂੰ ਪਤਾ ਹੀ, ਜਦੋਂ ਪੁਲਿਸ ਆ ਜਾਂਦੀ ਭੱਜ ਜਾਂਦੇ ਨੇ। ਜਿਹੜੇ ਡਰਾਈਵਰ ਫੜੇ ਗਏ ਨੇ ਮੌਕੇ ਤੇ, ਉਹ ਜੇਲ੍ਹ ਦੇ ਵਿੱਚ, ਉਹਨਾਂ ਦੀ ਜ਼ਮਾਨਤ ਲੁਧਿਆਣੇ ਤੋਂ ਰੱਦ ਹੋ ਗਈ ਆ। ਖਾਲੀ ਗੱਡੀਆਂ ਮਸ਼ੀਨਾਂ, ਕੋਈ ਮਿੱਟੀ ਵੀ ਦੇਖਦੇ ਨਾ, ਕੋਈ ਮਿੱਟੀ ਨਾਪਦੇ ਨੇ ਨਾ, ਗੱਡੀ ਦੇਖਦੇ ਨੇ ਭਰੀ ਹੋਈ ਖਾਲੀ ਆ। ਉਹ ਤਾਂ ਥਾਣਾ ਮੈਨਗ ਵਾਲੇ ਆਉਂਦੇ ਨੇ, ਆ ਕੇ ਪਰਚਾ ਕਰ ਜਾਂਦੇ ਨੇ, ਪੁਲਿਸ ਵਾਲੇ ਚੱਕ ਕੇ ਮਸ਼ੀਨਰੀ ਥਾਣੇ ਲੈ ਜਾਂਦੇ ਨੇ, ਬੰਦਾ ਜੇਲ੍ਹ ਚਲੇ ਜਾਂਦਾ। ਉੱਥੋਂ ਜ਼ਮਾਨਤਾਂ ਰੱਦ ਹੋਈਆਂ ਨੇ, ਹਾਈ ਕੋਰਟ 'ਚੋਂ ਕਈਆਂ ਨੇ ਕਰਾਈਆਂ ਨੇ ਜ਼ਮਾਨਤਾਂ। ਪਹਿਲਾਂ ਤਾਂ ਹੁਣ ਆਇਆ ਵੀ ਜਿਹਨੂੰ ਮੁਰਜਮ ਬਣਾ ਦਿੰਦੇ, 379 ਦੀ ਧਾਰਾ ਲਾ ਦਿੰਦੇ ਨੇ। ਚੋਰੀ ਤਾਂ ਉਹ ਹੈ ਹੀ ਨਹੀਂ ਗੀ। ਜ਼ਿਮੀਂਦਾਰ ਆਪਣੀ ਮਰਜ਼ੀ ਨਾਲ ਆਪਦੇ ਖੇਤ ਦੇ ਵਿੱਚੋਂ ਮਿੱਟੀ ਚਕਾਉਂਦਾ, ਜਿਵੇਂ ਚੰਨੀ ਸਰਕਾਰ ਕਰਕੇ ਗਈ ਆ, ਉਹਦੇ ਬੰਧਨ ਦੇ ਵਿੱਚ ਚਕਾਉਂਦਾ 3 ਫੁੱਟ ਤੱਕ, ਚਾਹੇ 2 ਚਕਾਉਂਦਾ। ਤੇ ਉਹ ਤਾਂ ਨਾਪਦੇ ਹੀ ਨਹੀਂ, ਨਾ ਖਾਲੀ ਨਾ ਭਰੀ ਗੱਡੀ, ਬਸ ਪਰਚਾ ਕਰਕੇ ਉਸ ਤੋਂ ਬਾਅਦ ਜ਼ਮਾਨਤ ਵੀ ਹੁੰਦੀ ਨਹੀਂ। ਕਿੰਨੇ ਕਿਸਾਨਾਂ ਦੇ ਪਰਚਾ ਹੋਇਆ ਤੁਹਾਡੇ ਉਸ ਹਲਕੇ 'ਚ? 10-12 ਸਾਡੇ ਜਿਹੜੇ ਮੈਨੂੰ ਸਾਡੇ ਨਾਲ ਬੰਦੇ ਹੈਗੇ ਨੇ, 10-12 ਕਿਸਾਨਾਂ ਤੇ, ਨਾਲ ਕਿਸਾਨ ਤੇ ਵੀ ਪਰਚਾ ਹੁੰਦਾ। ਇਹ ਜਿਹੜਾ ਜ਼ਮੀਨ ਦਾ ਮਾਲਕ ਆ, ਦੇਖੋ ਜ਼ਮੀਨ ਉਹਦੀ ਮਾਲਕੀ ਆ, ਉਹਨੂੰ ਵੀ ਵਿੱਚੇ ਲੈ ਲੈਂਦੇ ਨੇ ਪਰਚੇ ਦੇ, ਚੋਰੀ ਦਾ ਪਰਚਾ ਕਰ ਦਿੰਦੇ ਨੇ, 379 ਧਾਰਾ ਲਾ ਦਿੰਦੇ ਨੇ। ਹੁਣ ਜੋ ਰਿਹਾ ਹੋ ਗਏ ਨੇ, ਜੋ ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਦੇ ਮਾਮਲਾ ਦਰਜ, ਉਹ ਜ਼ਮਾਨਤ 15-20 ਦਿਨ ਤਾਂ ਜ਼ਮਾਨਤ ਨਹੀਂ ਹੁੰਦੀ, ਉੱਥੋਂ ਤਾਂ ਰੱਦ ਹੋ ਜਾਂਦੀ ਆ। ਫਿਰ ਕੋਰਟ 'ਚੋਂ ਆ ਕੇ ਹੁਣ ਇੰਨੀ ਸਖਤੀ ਹੋ ਗਈ ਆ, ਪਹਿਲਾਂ ਤਾਂ ਜ਼ਮਾਨਤ ਉੱਥੋਂ ਹੀ ਹੋ ਜਾਂਦੀ ਸੀਗੀ, ਹੁਣ ਜ਼ਮਾਨਤ ਇੱਥੋਂ ਲੈਣੀ ਪੈਂਦੀ ਆ ਹਾਈ ਕੋਰਟ 'ਚੋਂ ਆ ਕੇ, ਕੇਸ ਮਗਰੋਂ ਉੱਥੇ ਚੱਲਦਾ ਵਾ। ਫਿਰ ਜ਼ਮਾਨਤ ਵੀ ਉਹ ਬੰਦਾ ਦੇ ਸਕਦਾ ਜਿਹੜੇ ਬੰਦੇ ਦੀ ਫਰਦ ਕਲੀਅਰ ਹੋਵੇ, ਉੱਤੇ ਲਿਮਟ ਨਾ ਹੋਵੇ, ਨਾ ਕਿਸੇ ਬੰਦੇ ਦੀ ਹੋਰ ਉਹਨੇ ਜ਼ਮਾਨਤ ਦਿੱਤੀ ਹੋਵੇ। ਹੁਣ ਇੰਨੀਆਂ ਕਿੰਨੀਆਂ ਕੁ ਫਰਦਾਂ ਨੇ ਜੀ ਕਲੀਅਰ, ਜਾਣੀ ਪੰਜਾਬ ਦੇ ਵਿੱਚ ਤਾਂ ਸੈਂਕੜੇ ਬੰਦਿਆਂ ਦੇ ਪਰਚੇ ਹੋ ਗਏ। ਆਏ ਨਹੀਂ ਹੈਗਾ ਵੀ ਲੁਧਿਆਣੇ ਦੇ ਨਾਲ ਹੀ ਆ, ਇਹ ਸਾਰੇ ਹੀ ਚੱਲਦਾ, ਸਾਰਾ ਬੰਦ ਪਿਆ ਪੰਜਾਬ। ਦੇਖੋ ਨਾ ਭੱਠੇ ਤੇ ਮਿੱਟੀ ਜਾਣ ਦਿੰਦੇ ਨੇ, ਨਾ ਕਿਤੇ ਭਰਤ ਜਾਣ ਦਿੰਦੇ ਨੇ। ਹੁਣ ਅਸੀਂ ਜ਼ਿਮੀਂਦਾਰਾਂ ਦੇ ਖੇਤ ਖਾਲੀ ਕਰਕੇ ਦੇਣੇ ਨੇ, ਜ਼ਿਮੀਂਦਾਰਾਂ ਪੇਮੈਂਟ ਮੰਗਦੇ ਨੇ, ਅਸੀਂ ਪੇਮੈਂਟਾਂ ਉੱਥੇ ਫਸਾਈ ਬੈਠੇ ਆ। ਜਿੱਥੇ ਮਿੱਟੀ ਡਿੱਗੀ ਹੋਈ ਆ ਉਹ ਵੀ ਸਾਨੂੰ ਪੇਮੈਂਟ ਨਹੀਂ ਦਿੰਦੇ, ਉੱਥੇ ਮਿੱਟੀ ਜਾਣ ਵਾਲੀ ਪਈ ਆ। ਕਿਸੇ ਦੇ ਕਲੋਨੀ ਬਣਦੀ ਆ, ਕਿਸੇ ਦੀ ਕੋਈ ਕੋਠੀ ਬਣਦੀ ਆ, ਮਕਾਨ ਬਣਦਾ, ਮਿੱਟੀ ਤੋਂ ਬਿਨਾਂ ਤਾਂ ਕੰਮ ਨਹੀਂ ਚੱਲਦਾ। ਉਹ ਕਲੋਨੀ ਪਾਸ ਕਰਾਉਂਦੇ ਨੇ, ਉਹ ਟੈਕਸ ਭਰਦੇ ਨੇ, ਭੱਠੇ ਵਾਲੇ ਵੀ ਰੈਲਟੀ ਭਰਦੇ ਨੇ, ਕਿਤੇ ਵੀ ਨਹੀਂ ਜਾ ਸਕਦੀ ਮਿੱਟੀ। ਹੁਣ ਨਾ ਸਾਨੂੰ ਕੁਝ ਦੱਸਿਆ ਰਿਹਾ ਵੀ ਇਹ 'ਤੇ ਨੋਟੀਫਿਕੇਸ਼ਨ ਨਹੀਂ ਹੋਇਆ ਜਾਂ ਅਸੀਂ ਕੀ ਕਾਨੂੰਨ ਬਣਾ ਰਹੇ ਹਾਂ। ਜਾਣੀ 1.5 ਮਹੀਨਾ ਹੋ ਗਿਆ ਸਾਨੂੰ ਭੱਜੇ ਫਿਰਦੇ ਨੂੰ ਜੀ। ਅਸੀਂ ਹਰਜੋਤ ਬੈਂਸ ਨੂੰ ਵੀ ਜਾ ਕੇ ਆਏ ਹਾਂ, ਉਹਨੇ ਸਾਡੇ ਕੋਲ 5 ਦਿਨ ਦਾ ਟਾਈਮ ਲਿਆ ਸੀਗਾ ਵੀ ਅਸੀਂ ਬਣਾ ਰਹੇ ਹਾਂ ਕੋਈ ਪਾਲਿਸੀ। ਸਾਨੂੰ ਤਾਂ ਪਤਾ ਨਹੀਂ ਇਹ ਮਿੱਟੀ 'ਤੇ ਕਾਹਦੀ ਪਾਲਿਸੀ ਬਣਾਉਣੀ ਹੈ ਇਹਨਾਂ ਨੇ। ਜਦੋਂ ਤੁਸੀਂ ਮਿੱਟੀ ਚੱਕਦੇ ਜਾਂ ਚਕਾਉਂਦੇ ਹੋ, ਕੋਈ ਐਗਰੀਮੈਂਟ ਹੁੰਦਾ ਕਿਸਾਨਾਂ ਦੇ ਨਾਲ ਜਾਂ ਜਿਸ ਦੀ ਜੋ ਮਾਲਿਕ ਹੁੰਦਾ ਜ਼ਮੀਨ ਦਾ? ਅਸੀਂ 100 ਰੁਪਏ ਵਾਲੇ ਚਾਹੇ 500 ਵਾਲੇ ਕਾਗਜ਼ ਤੇ
ਅਸੀਂ ਉਹਦਾ ਐਗਰੀਮੈਂਟ ਕਰਾਉਨੇ ਆ, ਉਹਨੂੰ ਪੇਮੈਂਟ 20-25% ਕੁਛ ਐਡਵਾਂਸ ਦੇ ਦੇਈਦੀ ਆ, ਬਾਕੀ ਅਸੀਂ ਪੇਮੈਂਟ ਉਹਦੇ ਨਾਲ ਜਿਵੇਂ ਕਰ ਲਈਦਾ ਸਮਾਂ ਵੀ 2 ਮਹੀਨੇ ਬਾਅਦ ਜਾਂ 3 ਮਹੀਨੇ 6 ਮਹੀਨੇ ਦਾ ਟਾਈਮ ਪਾ ਲਈਦਾ ਵੀ ਨਾਲ ਦੀ ਨਾਲ ਪੇਮੈਂਟ ਦੇਣੀ ਆ, ਨਾਲ ਦੀ ਨਾਲ ਮਿੱਟੀ ਚੱਕ ਕੇ ਉਹਨੂੰ ਖੇਤ ਉਹਦਾ ਹਵਾਲੇ ਕਰ ਦੇਣਾ, ਉਹ ਆਪਦਾ ਪੱਧਰ ਕਰਕੇ ਫਸਲ ਬੀਜ ਲੈਂਦਾ, ਥੋੜੀ ਬਹੁਤੀ ਚਕਾ ਲੈਂਦਾ ਮਿੱਟੀ 2 ਫੁੱਟ ਚਕਾ ਲਵੇ 3 ਚਕਾ ਲਵੇ। ਨਹੀਂ ਇਹ ਲੀਗਲ ਹੈ? ਲੀਗਲ ਆ ਜੀ, ਮੈਂ 20-22 ਸਾਲ ਦਾ ਮੈਂ ਕੰਮ ਕਰਦਾ। ਆ ਤਾਂ ਚੱਕਰ ਕਦੇ ਕੋਈ ਸਰਕਾਰਾਂ ਬਦਲਦੀਆਂ ਰਹੀਆਂ ਨੇ, ਹਰ 5 ਸਾਲ ਬਾਅਦ ਸਰਕਾਰ ਬਦਲ ਜਾਂਦੀ, ਆ ਤਾਂ ਸਿਸਟਮ ਕਦੇ ਦੇਖਿਆ ਹੀ ਨਹੀਂ ਹੈਗਾ। ਮੈਂ ਤਾਂ ਦੇਖਿਆ ਨਹੀਂ ਕਦੇ ਪੰਜਾਬ ਦੇ ਵਿੱਚ ਸਾਰੇ ਮਿੱਟੀ ਦਾ ਕੰਮ ਬੰਦ ਹੋ ਗਿਆ। ਚਲੋ ਰੇਤਿਆਂ ਦਾ ਕੰਮ ਚੱਲਦਾ ਰਹਿੰਦਾ, ਕਿਤੇ ਮਹਿੰਗਾ ਹੋ ਗਿਆ ਸਸਤਾ ਹੋ ਗਿਆ, ਮਿੱਟੀ ਦਾ ਸਾਡਾ ਆਪਦਾ ਜ਼ਿਮੀਂਦਾਰ ਦੇ ਨਾਲ ਸੌਦਾ ਹੁੰਦਾ ਵਾ, ਕੋਈ 2 ਲੱਖ ਨੂੰ ਦੇਵੇ, ਕੋਈ 1.5 ਲੱਖ ਨੂੰ ਦੇਵੇ, ਕੋਈ ਲੱਖ ਨੂੰ ਦੇਵੇ। ਆਹ ਸਿਸਟਮ ਨਹੀਂ ਦੇਖਿਆ ਸੀ ਆਪਾਂ। ਤਾਂ ਇੱਕ ਪਾਸੇ ਕਹਿੰਦੇ ਸਰਕਾਰ ਕਹਿੰਦੀ ਰੁਜ਼ਗਾਰ ਦੇਵਾਂਗੇ, ਸਾਡੇ ਇੱਕ ਪਰਿਵਾਰ, ਅਸੀਂ ਜ਼ਿਮੀਂਦਾਰ, ਅਸੀਂ ਮਾਲਕ ਹਾਂ, ਖੇਤ ਦੇ ਵੀ ਜ਼ਿਮੀਂਦਾਰ ਵੀ ਹਾਂ, ਪਰ ਸਾਡੇ ਨਾਲ 5-5 7-7 10-10 ਪਰਿਵਾਰ, ਜਿਵੇਂ ਡਰਾਈਵਰ ਨੇ ਉਹਦਾ ਇੱਕ ਪਰਿਵਾਰ ਹੀ ਹੋ ਜਾਂਦਾ, ਉਹ ਸਾਡੇ ਕੋਲੋਂ ਆਪਦੇ ਬੱਚੇ ਪਾਲਦਾ। ਦੇਖੋ ਬੱਚਿਆਂ ਦੀਆਂ ਗਾਹਾਂ ਫੀਸਾਂ ਭਰਨੀਆਂ ਨੇ, ਉਹਨੂੰ ਵੀ ਅਸੀਂ ਤਨਖਾਹਾਂ ਦੇਣੀਆਂ, ਅਸੀਂ ਘਰੇ ਬੈਠਿਆਂ ਨੇ ਤਨਖਾਹ ਦੇ ਰਹੇ ਹਾਂ, ਅਸੀਂ ਕਿਸ਼ਤਾਂ ਭਰਨੀਆਂ ਨੇ, ਸਾਡੀਆਂ ਕਿਸ਼ਤਾਂ ਵੀ ਟੁੱਟ ਗਈਆਂ, ਅਸੀਂ ਕੀ ਕਰੀਏ ਹੁਣ, ਕਿੱਧਰ ਨੂੰ ਜਾਈਏ? ਸਰਕਾਰ ਨਾ ਤਾਂ ਕੋਈ ਨੌਕਰੀ ਤਾਂ ਦੇਣੀ ਕੀ ਹੈ, ਇਹਨਾਂ ਨੇ ਤਾਂ ਸਾਡੇ ਵਾਲਾ ਕੰਮ ਵੀ ਕਢਾਤਾ ਸਾਰਾ। ਜ਼ਿਮੀਂਦਾਰ ਅੱਡ ਬੈਠੇ ਨੇ, ਉਹਨਾਂ ਨੇ ਆਪਦਾ ਗਾਹਾਂ ਝੋਨਾ ਬੀਜਣਾ, ਪਿਛਲੀ ਫਸਲ ਵੀ ਵਰ ਗਈ ਕਣਕ ਵਾਲੀ, ਅਗਲਾ ਝੋਨਾ ਬੀਜਣਾ ਅਸੀਂ ਖਾਲੀ ਨਹੀਂ ਕਰਕੇ ਦੇ ਸਕਦੇ। ਜਿਹੜਾ ਪੁਲਿਸ ਨੇ ਕੇਸ ਕੀਤੇ ਨੇ ਜਾਂ ਸਮਾਨ ਫੜ ਕੇ ਲੈ ਕੇ ਗਏ ਨੇ ਮਸ਼ੀਨਰੀ, ਕੀ ਹਵਾਲਾ ਦਿੱਤਾ ਹੈ ਵੀ ਮਾਈਨਿੰਗ ਕਰ ਰਹੇ ਹੋ, ਇਨਲੀਗਲ, ਕੋਈ ਦੱਸਿਆ ਹੀ ਹੋਊਗਾ ਕਿਉਂ ਪਰਚੇ ਦਰਜ ਹੋਏ? ਮੈਂ ਕਿਹਾ ਜੀ ਸਾਨੂੰ ਕੁਝ ਨਹੀਂ ਦੱਸਦੇ, ਅਸੀਂ ਤਾਂ ਡਰਾਈਵਰ ਇੰਨੇ ਡਰਦੇ ਨੇ, ਉੱਥੋਂ ਭੱਜ ਜਾਂਦੇ ਨੇ, ਉਹਨਾਂ ਨੂੰ ਪਤਾ ਵੀ ਮੀਨਾ ਸੁੱਟ ਨਹੀਂ ਸਕਦੇ। ਜਦ ਪੁਲਿਸ ਦੇਖ ਲੈਂਦੇ ਆ ਬਸ ਡਰਾਈਵਰ ਨਹੀਂ ਖੜਦੇ ਜੀ, ਡਰਾਈਵਰ ਤਾਂ ਜਦੇ ਭੱਜ ਜਾਂਦੇ ਨੇ, ਨਹੀਂ ਤਾਂ ਉਹ ਚੱਕ ਕੇ ਜਦੇ ਜੇਲ੍ਹ ਜਾਂਦੇ ਨੇ। ਤੁਹਾਨੂੰ ਪਤਾ ਜੀ, ਡਰਾਈਵਰ ਤੇ ਔਰ ਖੇਤ ਮਾਲਕ ਤੇ ਔਰ ਜਿਹੜਾ ਮਸ਼ੀਨ ਦਾ ਮਾਲਕ ਆ, ਤਿੰਨਾਂ ਨੂੰ ਵਿੱਚੇ ਲੈ ਲੈਂਦੇ ਨੇ। ਉੱਤੇ ਚੋਰੀ ਦਾ 379 ਧਾਰਾ ਲਾ ਦਿੰਦੇ ਨੇ, ਹੋਰ 2-3 ਧਾਰਾ ਲਾ ਦਿੰਦੇ ਨੇ। 79 ਧਾਰਾ ਦੀ ਜ਼ਮਾਨਤ ਹੈ ਹੀ ਨਹੀਂ, ਤੁਹਾਨੂੰ ਪਤਾ। ਚੋਰੀ ਸਾਨੂੰ ਤਾਂ ਪਤਾ ਨਹੀਂ ਵੀ ਚੋਰੀ ਬਣਦੀ ਕਾਹਦੀ ਆ। ਇਹ ਮਿੱਟੀ ਸਾਨੂੰ ਜ਼ਿਮੀਂਦਾਰ ਆਪਦੇ ਖੇਤ 'ਚੋਂ ਚੁਕਾਉਂਦਾ ਵਾ, ਐਗਰੀਮੈਂਟ ਕਰਕੇ ਕਰਦਾ ਵਾ, ਅੱਗੇ ਚੱਲਦਾ ਹੀ ਆਉਂਦਾ, ਇਹ ਪੁਰਾਣਾ ਹੀ ਚੱਲਦਾ ਆਉਂਦਾ। ਚੰਨੀ ਸਰਕਾਰ ਨੇ ਜਾਣੀ 3 ਫੁੱਟ ਤੱਕ ਬਣਾਤਾ ਸੀ ਆਪਦਾ ਕਾਨੂੰਨ ਵੀ 3 ਫੁੱਟ ਤੱਕ ਮਿੱਟੀ। ਸਾਡਾ ਕੋਈ ਵੀ ਮਹਿਕਮੇ ਦਾ ਉਹਨੇ ਆਪ ਬੋਲ ਕੇ ਵੀ ਦੱਸਦਾ ਵੀ ਸਾਡਾ ਕੋਈ ਗੱਡੀ ਲੈ ਕੇ ਚਲੇ ਜਾਂਦਾ ਸੀ, ਕੋਈ ਰੈਲਟੀ ਵਾਲਾ ਚਲੇ ਜਾਂਦਾ ਸੀਗਾ, ਤੇ ਵੀ ਕੋਈ ਨਹੀਂ ਆਊ 3 ਫੁੱਟ ਤੱਕ। ਇੱਕ ਸਾਨੂੰ ਜਿਹੜਾ ਇੱਥੇ ਆਮ ਫਿਰਦਾ, ਹੁਣ ਤਾਂ ਦੇਖੋ ਮੀਡੀਆ ਹੀ ਬਹੁਤ ਜ਼ਿਆਦਾ ਵਾ, ਹਰੇਕ ਕੋਲੇ ਮੋਬਾਈਲ ਆਪਦਾ ਜੇਬ 'ਚ ਪਾਇਆ ਹੋਇਆ, ਉਹ ਮੂਹਰੇ ਕਰ ਦਿੰਦੇ, ਉਹ ਫੋਟੋ ਚੱਕ ਕੇ SHO ਨੂੰ ਪਾਤੀ, ਚਾਹੇ ਮੈਨਕ ਵਾਲੇ ਨੂੰ ਪਾਤੀ, ਬਸ ਜਦੇ ਉਹ ਮੂਵੀ ਬਣ ਗਈ, ਜਦੇ ਉਹ ਭੱਜ ਕੇ ਆ ਕੇ ਬਸ ਪਰਚਾ, ਮੂਵੀ ਬਣੀ ਤੇ ਪਰਚਾ ਕਰ ਦਿੰਦੇ ਨੇ। ਕੋਈ ਇਨਕੁਆਇਰੀ, ਕੋਈ ਤਫਤੀਸ਼, ਕੁਛ ਨਹੀਂ? ਕੁਛ ਵੀ ਨਹੀਂ ਹੈਗਾ ਜੀ, ਮੈਂ ਤਾਂ ਕੋਈ ਦੇਖਿਆ ਨਹੀਂ ਕਿਸੇ ਦਾ ਕੈਂਸਲ ਹੋਇਆ ਪਰਚਾ। ਬਾਕੀ ਅਸੀਂ ਸਾਰੇ ਬੰਦੇ ਇੱਕ ਸਰਕਾਰੀ ਰਜਿਸਟਰਡ ਫਰਮਾਂ ਦੇ ਮਾਲਕ ਹਾਂ। ਅਸੀਂ ਸਰਕਾਰ ਤੋਂ GST ਨੰਬਰ ਲਏ ਹੋਏ ਆ, ਬਕਾਇਦਾ ਅਸੀਂ ਕਾਨੂੰਨ ਬਣਿਆ ਵੀ ਤੁਸੀਂ ਕਿੱਥੋਂ ਚੀਜ਼ ਖਰੀਦੀ ਆ ਤੇ ਕਿੱਥੇ ਵੇਚੀ ਆ। ਬਕਾਇਦਾ ਅਸੀਂ ਜ਼ਿਮੀਂਦਾਰ ਨੂੰ ਪੱਕੇ 'ਚ ਮਤਲਬ ਉਹਦੇ ਅਕਾਊਂਟ 'ਚ ਪੈਸੇ ਪਾਉਂਦੇ ਆ, ਉਹਦੀ ਅਕਾਊਂਟ ਦੇ ਪੈਸੇ ਪਾਉਣ ਦੇ ਬਾਵਜੂਦ ਅਸੀਂ ਉਹ ਤੋਂ ਮਿੱਟੀ ਮੁੱਲ ਖਰੀਦਦੇ ਆ। ਫਿਰ ਸਾਡੀ ਚਲਾਨ ਪਰਚੀਆਂ ਨਾਲ ਲੱਗਦੀਆਂ, ਮੂਹਰੇ ਅਸੀਂ ਕਿਸ ਬੰਦੇ ਨੂੰ ਮਿੱਟੀ ਵੇਚ ਰਹੇ ਆ ਉਹਦੇ ਤੋਂ ਅਸੀਂ GST 18% ਵੀ ਲੈਂਦੇ ਆ। ਜੇ ਕਿਸੇ ਨੇ ਆਪਦੀ ਮਿੱਟੀ ਆ ਉਹ ਤੋਂ ਅਸੀਂ 12% ਲੈਂਦੇ ਆ। ਕਿਸੇ ਨੇ ਮਿੱਟੀ ਤੋਂ ਮਿੱਟੀ ਆ ਲਈ ਹੋਈ ਉਹ ਅਸੀਂ 5% ਨਾਲ ਵੀ ਟੈਕਸ ਕੱਟਦੇ ਆ। ਪੱਕੇ ਬਿੱਲ ਕੱਟਣ ਦੇ ਬਾਵਜੂਦ, ਫਰਮਾਂ ਰਜਿਸਟਰਡ ਹੋਣ ਦੇ ਬਾਵਜੂਦ ਵੀ 9-9 ਲੱਖ ਰੁਪਈਆ ਸਰ GST ਹੈ ਇੱਕ ਗੱਡੀ ਦੇ ਉੱਤੇ ਜਿਹੜਾ ਅਸੀਂ ਪੇ ਕਰਦੇ ਆ। ਤੇ ਅਸੀਂ ਸਰਕਾਰ ਨੂੰ ਟੈਕਸ ਦੇਣ ਦੇ ਬਾਵਜੂਦ ਵੀ ਅਸੀਂ ਚੋਰ ਹਾਂ ਜੀ। 379 ਧਾਰਾ ਸਾਡੇ ਤੇ ਲੱਗਦੀ ਆ ਤੇ ਸਾਡੇ ਤੇ ਪਰਚਾ ਹੁੰਦਾ। ਹਾਈ ਕੋਰਟ ਤੋਂ ਥੱਲੇ ਜ਼ਮਾਨਤ ਨਹੀਂ ਹੁੰਦੀ। 60 ਲੱਖ ਰੁਪਏ ਦੀ ਮਸ਼ੀਨ ਆ, ਉਹਨੂੰ ਮਤਲਬ ਪਲੱਸ ਕਰਕੇ ਉਹਦੀ ਜ਼ਮਾਨਤ ਦੇਣ ਵਾਸਤੇ ਕਿਹੜਾ ਬੰਦਾ ਫਰਦ ਦੇ ਦੂ ਜੀ ਆਪਦੀ? ਉਹਦੀ ਵੈਲਿਊਏਸ਼ਨ ਬਹੁਤ ਜ਼ਿਆਦੀ ਆ ਜੀ। ਇਸ ਕਰਕੇ ਸਾਡੀ ਇਹੀ ਬੇਨਤੀ ਆ ਵੀ ਜਿੱਦਾਂ 3 ਫੁੱਟ ਤੱਕ ਜਦੋਂ ਜ਼ਿਮੀਂਦਾਰ ਤੋਂ ਅਸੀਂ ਚੀਜ਼ ਮੁੱਲ ਲਈ ਆ ਜੀ, ਤੇ ਉਹਦਾ ਐਫੀਡੈਵਿਟ ਕਰਾਇਆ, ਉਹਦੇ ਖਾਤੇ 'ਚ ਪੈਸੇ ਪਾਏ ਆਪਣੀ ਕਰੰਟ ਅਕਾਊਂਟ ਵਾਲੀਆਂ ਫਰਮਾਂ ਤੋਂ, ਫਿਰ ਅਸੀਂ ਚੋਰ ਕਿੱਦਾਂ ਹੋ ਗਏ ਜੀ? 379 ਧਾਰਾ ਸਾਡੇ ਤੇ ਕਿਵੇਂ ਲੱਗ ਗਈ? ਪਰ ਕੋਈ ਕਾਨੂੰਨ ਨਹੀਂ ਜੀ ਇੱਥੇ। ਮਤਲਬ ਇੱਕ ਸਿੰਗਲ ਜਿਹਾ ਬੰਦਾ ਮੋਬਾਈਲ ਚੱਕਦਾ, ਜਾ ਕੇ ਵੀਡੀਓ ਬਣਾਉਂਦਾ। ਅੱਜ ਨਾ ਤੇ ਸਾਨੂੰ ਪੁਲਿਸ ਤੋਂ ਕੋਈ ਡਰ ਆ, ਪੁਲਿਸ ਵੀ ਕੋਈ ਮਾੜਾ ਚੰਗਾ ਨਹੀਂ ਕਰ ਰਹੀ, ਨਾ ਕੋਈ ਮਾਈਨਿੰਗ ਅਫਸਰ ਤੰਗ ਕਰ ਰਿਹਾ। ਸਿਰਫ ਤੇ ਸਿਰਫ ਇੱਕ ਆ ਮੋਬਾਈਲ ਵਾਲਾ ਮੀਡੀਆ ਜਿਹੜਾ ਇੱਕ ਛੋਟੇ ਲੈਵਲ ਦਾ ਮੀਡੀਆ, ਵੱਡੇ ਲੈਵਲ ਦਾ ਮੀਡੀਆ ਨਹੀਂ ਤੰਗ ਕਰ ਰਿਹਾ ਸਾਨੂੰ। ਕੋਈ ਵੀ ਮੇਨ ਬੰਦਾ, ਜਿੱਦਾਂ ਤੁਸੀਂ ਆਪਣਾ ਚੈਨਲ ਲੈ ਕੇ ਗਏ, ਇੱਦਾਂ ਦਾ ਕੋਈ ਮੀਡੀਆ ਵਾਲਾ ਤੰਗ ਨਹੀਂ ਕਰ ਰਿਹਾ। ਜਿਹੜੇ ਛੋਟੇ ਲੈਵਲ ਦੇ ਮੋਬਾਈਲ ਚੱਕੀ ਫਿਰਦੇ ਲੜਕੇ ਆ, ਉਹੀ ਸਾਨੂੰ ਤੰਗ ਕਰ ਰਿਹਾ। ਪਰਚੇ ਸਾਡੇ ਦੇ ਉਹ ਕਰਾ ਰਿਹਾ। ਕੋਈ ਵੀਡੀਓ ਜਾਂ ਫੋਟੋ ਜਾਂਦੀ ਆ, ਪਰਚਾ ਹੋ ਜਾਂਦਾ। ਉਹਦੇ ਤੇ ਪੁਲਿਸ ਨੂੰ ਜਾਂ ਮਾਈਨਿੰਗ ਨੂੰ ਕਾਰਵਾਈ ਕਰਨੀ ਪੈਂਦੀ ਹੈ, ਕਿਉਂਕਿ ਹਰ ਬੰਦੇ ਨੂੰ ਆਪਣੀ ਨੌਕਰੀ ਬਚਾਉਣੀ ਹੈ ਜੀ। ਉਹਨੇ ਹਰ ਬੰਦੇ ਨੂੰ ਨੌਕਰੀ ਦਾ ਡਰ ਆ ਜੀ। ਪਿੰਡ ਵਿੱਚ ਪੁਲਿਸ ਆਉਂਦੀ ਹੈ, ਸਰਪੰਚ ਨਾਲ ਗੱਲਬਾਤ ਕਰਦੇ ਨੇ ਪੁਲਿਸ ਵਾਲੇ, ਕੋਈ ਗੱਲਬਾਤ ਕੁਝ ਨਹੀਂ ਹੁੰਦੀ? ਕੋਈ ਗੱਲਬਾਤ ਨਹੀਂ ਜੀ, ਕੋਈ ਕਿਸੇ ਦੀ ਕੋਈ ਗੱਲ ਫਰਿਆਦ ਸੁਣਨ ਨੂੰ ਤਿਆਰ ਹੀ ਨਹੀਂ ਅੱਜ ਦੇ ਯੁੱਗ 'ਚ ਜੀ। ਉਹ ਕਹਿੰਦੇ ਜੀ ਵੀਡੀਓ ਗਈ ਆ, ਤੁਹਾਡੀ ਵੀਡੀਓ ਤੇ ਪਰਚਾ ਦੇਣ ਲੱਗੇ। ਸਾਨੂੰ ਉੱਪਰੋਂ ਅਧਿਕਾਰ ਆ ਜੀ, ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਉੱਪਰ ਕੌਣ ਆ ਜੀ, ਉੱਪਰ ਕਿਹੜਾ ਅਧਿਕਾਰ ਕਰੀ ਜਾਂਦਾ ਜੀ।
ਕੇਜਰੀਵਾਲ ਹਾਂਜੀ ਨਹੀਂ ਇੱਕ ਹੋਰ ਸਵਾਲ ਹੁੰਦਾ ਕਿ 3 ਫੁੱਟ ਤੱਕ ਮਿੱਟੀ ਪੁੱਟਦੇ ਹੋ, ਉਹ ਚੈੱਕ ਕਰਦੇ ਨੇ 1 ਫੁੱਟ ਪੁੱਟੀ ਹੈ, ਅੱਧਾ ਫੁੱਟ ਪੁੱਟੀ ਹੈ, 2 ਫੁੱਟ ਪੁੱਟੀ ਹੈ। ਸਰ ਇੱਕ ਪੈਲ ਥਾਣੇ ਪਰਚਾ ਹੋਇਆ ਵਾ ਪਟੇ ਵਾਲੀ ਮਸ਼ੀਨ ਤੇ ਪਟੇ ਵਾਲੀ ਮਸ਼ੀਨ ਜਿਹੜੀ ਆ 2 ਇੰਚ ਤੋਂ ਵੱਧ ਪਟਾਈ ਨਹੀਂ ਕਰ ਸਕਦੀ। ਟਰੈਕਟਰ ਦੇ ਮਗਰ ਪੈਂਦੀ ਆ। ਪਟੇ ਵਾਲੀ ਮਸ਼ੀਨ ਸਿਰਫ 2 ਇੰਚ ਦੀ ਪਟਾਈ ਕਰਦੀ ਆ। 2 ਇੰਚ ਦੀ ਪਟਾਈ ਵਾਲੀ ਮਸ਼ੀਨ ਤੇ ਪਰਚਾ ਹੋ ਗਿਆ ਜੀ। 3 ਫੁੱਟ ਤੇ ਬਹੁਤ ਦੂਰ ਦੀ ਗੱਲ ਆ ਜੀ। ਹਾਂਜੀ, ਫਿਰ ਅਸੀਂ ਟੈਕਸ ਭਰਦੇ ਹਾਂ ਗੱਡੀਆਂ ਦੇ A ਤੋਂ Z ਤੱਕ। ਕਮਰਸ਼ੀਅਲ ਗੱਡੀਆਂ ਲਈਆਂ ਹੋਈਆਂ ਵਾ। ਪੋਗਲੈਂਡ ਮਸ਼ੀਨ ਕਮਰਸ਼ੀਅਲ ਕੰਮ ਕਰਨ ਵਾਸਤੇ ਆ। ਕਮਰਸ਼ੀਅਲ ਸਾਡੀਆਂ ਫਰਮਾਂ ਵਾ, ਫਿਰ ਵੀ ਸਾਡੇ ਤੇ ਪਰਚਾ ਹੁੰਦਾ ਜੀ। ਅਸੀਂ ਦੱਸੋ ਕੀ ਕਰੀਏ ਜੀ। ਅੱਛਾ, ਹੁਣ ਅੱਗੇ ਕੀ ਕਰੋਗੇ? ਭਗਵੰਤ ਮਾਨ ਨਾਲ ਗੱਲਬਾਤ ਲਈ ਸਮਾਂ ਮੰਗਿਆ, ਹੋਏਗੀ ਗੱਲਬਾਤ ਭਗਵੰਤ ਮਾਨ ਨਾਲ? ਅਸੀਂ ਜੀ ਇੱਥੇ 32 ਜਥੇਬੰਦੀਆਂ ਕੋਈ ਪਰਸੋਂ ਵੀ ਆ ਕੇ ਗਏ ਆ। ਪਹਿਲਾਂ ਵੀ ਅਸੀਂ ਚੰਡੀਗੜ੍ਹ ਦੇ 2-3 ਗੇੜੇ ਲੱਗੇ। ਸਾਡੇ ਸਾਰੇ ਜਿੰਨੇ ਮਸ਼ੀਨਰੀ ਵਾਲੇ ਬੰਦੇ ਨੇ ਸਾਰੇ ਹੈਰਾਨ ਹੁੰਦੇ ਫਿਰਦੇ ਆ, ਪਰ ਸਾਨੂੰ ਹਜੇ ਕੋਈ ਹੱਲ ਨਹੀਂ ਲੱਭਿਆ। ਸਾਨੂੰ ਕਿਸਾਨ ਯੂਨੀਅਨ ਵਾਲਿਆਂ ਤੇ ਮਤਲਬ ਵਿਸ਼ਵਾਸ ਆ ਵੀ ਸਾਨੂੰ ਦੇਖੋ ਭਗਵੰਤ ਮਾਨ ਆ, ਹੁਣ ਉਹਨੂੰ ਤਾਂ ਅਸੀਂ ਸਾਰੇ ਨਾ ਸਾਨੂੰ ਮਿਲਣ ਦਾ ਸਮਾਂ ਮਿਲਦਾ ਵਾ, ਨਾ ਸਾਨੂੰ ਕੋਈ ਮਿਲਾ ਸਕਦਾ। ਸਾਨੂੰ ਇਹਨਾਂ ਤੇ ਆਸ ਆ, ਅਸੀਂ ਵੀ ਕਿਸਾਨ ਆ, ਵੀ ਇਹ ਸਾਡਾ ਗਾਹਾਂ ਫਰਿਆਦ ਲੈ ਕੇ ਵੀ ਭਗਵੰਤ ਮਾਨ ਨੇ ਇਹਨਾਂ ਨੂੰ ਟਾਈਮ ਦਿੱਤਾ। ਉਦੋਂ 3 ਦਿਨ ਹੋ ਗਏ ਅੱਗੋਂ ਗੱਲ ਹੋਈ ਸੀ ਇਹਨਾਂ ਦੀ। ਅੱਜ ਤੋਂ 1 ਮਹੀਨਾ ਪਹਿਲਾਂ ਐਮਐਲਏਆਂ ਕੋਲ ਅਸੀਂ ਮੰਗ ਪੱਤਰ ਦਿੱਤੇ ਸੀ ਜੀ। 5 ਸਾਰੇ ਐਮਐਲਏ ਸਾਨੂੰ ਕਹਿੰਦੇ ਸੀ ਵੀ ਤੁਹਾਨੂੰ 2-4 ਦਿਨਾਂ ਦੇ ਵਿੱਚ ਅਸੀਂ ਇਸ ਮਸਲੇ ਦਾ ਹੱਲ ਕੱਢ ਕੇ ਸੀਐਮ ਸਾਹਿਬ ਨਾਲ ਗੱਲ ਕਰਕੇ ਦੱਸਾਂਗੇ। ਅੱਜ 1 ਮਹੀਨਾ ਹੋ ਗਿਆ ਜੀ, ਉਸੇ ਸਟੇਜ ਤੇ ਅਸੀਂ ਫੇਰ ਖੜੇ ਹਾਂ ਸਰ। ਕੋਈ ਹੱਲ ਨਹੀਂ ਹੋਇਆ। ਸਾਡੇ ਕਿਸ਼ਤਾਂ ਵਾਲੇ ਸੰਦਾ ਅੱਜ ਸਾਡਾ ਸੀਜ਼ਨ ਹੁੰਦਾ ਜੀ ਆ 2 ਮਹੀਨੇ ਦਾ, ਕਿਉਂਕਿ ਕਣਕ ਦੀ ਵਾਢੀ ਤੋਂ 2 ਮਹੀਨੇ ਬਾਅਦ ਝੋਨੇ ਦੀ ਬਿਜਾਈ ਹੁੰਦੀ ਆ। ਉਨੀ ਦੇਰ 'ਚ ਖੇਤ ਖਾਲੀ ਹੁੰਦੇ ਆ। ਇਹ 2 ਮਹੀਨੇ ਦੇ ਵਿੱਚ ਅਸੀਂ ਆਪਣੇ ਸਾਲ ਭਰ ਦੀ ਰੋਟੀ ਕਮਾਉਣੀ ਹੁੰਦੀ ਆ ਜੀ। ਤੇ ਅਸੀਂ ਉਹ ਮਤਲਬ ਸਾਡਾ 1 ਮਹੀਨਾ ਖਰਾਬ ਹੋ ਗਿਆ। 1 ਮਹੀਨਾ ਰਹਿ ਗਿਆ ਜੀ। ਹੁਣ ਉਹ ਵੀ ਪਤਾ ਕੋਈ ਨਹੀਂ, ਸਾਨੂੰ ਆਸ ਨਹੀਂ ਵੀ ਕੰਮ ਚੱਲਣੇ ਆ ਕਿ ਨਹੀਂ ਚੱਲਣੇ। ਕਿਸ਼ਤਾਂ ਵਾਲੀ ਮਸ਼ੀਨਰੀ ਆ ਜੀ, ਸਾਰੀ ਮਸ਼ੀਨਰੀ ਕਿਸੇ ਦੀ ਪੰਪ ਦੇ ਖੜੀ ਆ, ਕਿਸੇ ਦੇ ਘਰੇ ਖੜੀ ਆ। ਜਿੱਥੇ ਕਿਸੇ ਕੋਲ ਜਗ੍ਹਾ ਉੱਥੇ ਖੜੀਆਂ ਮਸ਼ੀਨਾਂ, ਮਰ ਚਲਾਉਣ ਦਾ ਅੱਜ ਵੀ ਸਾਨੂੰ ਅਧਿਕਾਰ ਨਹੀਂ ਹੈਗਾ ਵੀ ਅਸੀਂ ਆਪਣੀ ਰੋਟੀ ਕਮਾ ਕੇ ਖਾ ਸਕੀਏ। ਹਲਕੇ ਦੇ ਐਮਐਲਏ ਨਾਲ ਗੱਲਬਾਤ ਕੀਤੀ ਹੈ? ਮੈਂ ਕਿਹਾ ਸਰ 5-7 ਐਮਐਲਏ ਨੂੰ ਅਸੀਂ ਮੰਗ ਪੱਤਰ ਦੇ ਆਏ ਆ ਜੀ। ਮੰਗ ਪੱਤਰ ਦੇ ਕੇ ਆਏ ਆ, ਪਰ ਕੋਈ ਸੁਣਵਾਈ ਨਹੀਂ? ਕੋਈ ਸੁਣਵਾਈ ਨਹੀਂ ਹੋਈ ਜੀ। ਕੋਈ ਹੱਲ ਨਹੀਂ ਹੋਇਆ ਅਜੇ ਤੱਕ। ਅੱਛਾ, ਇੱਕ ਹੋਰ ਅਹਿਮ ਸਵਾਲ ਹੈ। ਤੁਸੀਂ ਕਹਿੰਦੇ ਹੋ ਕਿ ਗੱਲਬਾਤ ਲਈ ਅੱਗੇ ਰੱਖਿਆ ਭਗਵੰਤ ਮਾਨ ਕੋਲੋਂ, ਸਮਾਂ ਲੈ ਗਿਆ। ਹੁਣ ਅਹਿਮ ਸਵਾਲ ਹੈ, ਜਿਹੜੇ ਮੁੰਡੇ ਅੰਦਰ ਬੈਠੇ ਨੇ, ਕਿ ਉਸ ਵਾਸਤੇ ਤੁਸੀਂ ਕਿਹਾ ਵੀ ਕਮ ਸੇ ਕਮ ਮੁੰਡੇ ਤਾਂ ਛੱਡ ਦਿਓ ਜਿਨ੍ਹਾਂ ਦੇ ਐਫਏ ਦਰਜ ਹੋਈ ਹੈ? ਅਸੀਂ ਤਾਂ ਇਹ ਕਹਿੰਦੇ ਆ ਜੀ, ਜਿਹੜੇ ਪੁਰਾਣੇ ਪਰਚੇ ਹੋ ਗਏ ਨੇ ਉਹ ਪਰਚੇ ਰੱਦ ਹੋਣੇ ਚਾਹੀਦੇ ਨੇ। ਸਾਨੂੰ ਅੱਗੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ। ਮਹੀਨੇ ਖੰਡ ਦਾ ਸਮਾਂ ਦੇ ਦੇਣ, ਉਸ ਤੋਂ ਬਾਅਦ ਪਾਲਿਸੀ ਬਣਾ ਲੈਣ ਜੇ ਇਹਨਾਂ ਨੂੰ ਸਮਾਂ ਲੱਗਦਾ ਵਾ। ਹੁਣ ਰੇਤੇ ਵਾਲਿਆਂ ਨੂੰ ਵੀ ਛੋਟ ਦਿੱਤੀ ਹੋਈ ਆ। ਰੇਤਾ 5.5 ਰੁਪਏ ਕਰਿਆ ਸੀ, ਚਾਹੇ 15-18-20 ਹਜ਼ਾਰ ਦੀ ਗੱਡੀ ਲੈਂਦੀ ਸੀ, ਹੁਣ ਇਸ ਟਾਈਮ 30-35 ਹਜ਼ਾਰ ਦੀ ਗੱਡੀ ਲੈਂਦੀ ਆ। ਇਹ ਤਾਂ ਕਹਿੰਦੇ ਇਹ ਰਾਹਤ ਦੇਵਾਂਗੇ ਅਸੀਂ। ਰਾਹਤ ਕਾਹਦੀ ਦਿੱਤੀ ਆ? ਹੁਣ ਮੰਨ ਲਓ ਆ ਗੱਡੀ ਆ, ਤੁਹਾਡੇ ਮਾਲਕੀ ਦੀ ਗੱਡੀ ਆ, ਤੁਸੀਂ ਵੇਚਣੀ ਆ, ਇਹ ਤੇ ਕਾਹਦੀ ਚੋਰੀ ਦੀ ਲੱਗ ਜੂ? ਜ਼ਿਮੀਂਦਾਰ ਦੀ ਮਾਲਕੀ ਜ਼ਮੀਨ ਦੇ ਵਿੱਚੋਂ ਮਿੱਟੀ ਦਿੰਦਾ ਸਾਨੂੰ, ਫੇਰ ਵੀ 379 ਲੱਗ ਜਾਂਦੀ ਆ। ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਾਹਦੀ ਗੱਲ ਆ ਇਹ। ਸਾਨੂੰ ਤਾਂ ਆਸ ਸੀ ਇਸ ਸਰਕਾਰ ਤੇ ਵੀ ਬਹੁਤ ਵਧੀਆ ਸਿਸਟਮ ਚੱਲੂਗਾ, ਪਰ ਇਹ ਪਿੱਛੇ ਸਰਕਾਰਾਂ ਕਿੰਨੀਆਂ ਆ ਕੇ ਚਲੇ ਗਈਆਂ, ਪਰ ਇਹੋ ਜਿਹੀ ਮੈਂ ਨਹੀਂ ਇਹ ਸਿਸਟਮ ਨਹੀਂ ਦੇਖਿਆ ਹੈਗਾ। ਹੋ ਸਕਦਾ ਵਧੀਆ ਹੋ ਜਾਵੇ, ਪਰ ਜਦੋਂ ਹੋਊਗਾ ਜਦ ਦੇਖਾਂਗੇ। ਪਰ ਇਸ ਟਾਈਮ ਜਿਹੜਾ ਸਾਰਾ ਅਸੀਂ ਖੜੇ ਆ, ਸਾਰੇ ਪੰਜਾਬ 'ਚ ਹੀ ਐਸੇ ਤਰ੍ਹਾਂ ਹੁੰਦਾ ਜੀ। ਕਿਤੇ ਧਰਨੇ ਲੱਗਦੇ ਨੇ, ਕਿਸੇ ਥਾਣੇ ਮੂਹਰੇ ਲੱਗਦੇ ਨੇ, ਮਸ਼ੀਨਰੀ ਥਾਣੇ ਦੇ ਵਿੱਚ ਖੜੀ ਆ ਜੀ, ਬੰਦੇ ਅੰਦਰ ਬੈਠੇ ਨੇ। ਸਾਡੇ ਨਾਲ ਕਿਹੜਾ ਡਰਾਈਵਰ ਰਹਿ ਜਾਊਗਾ ਜੀ ਮੁੜ ਕੇ? ਕਿਹੜਾ ਕੰਮ ਕਰ ਦੂਗਾ ਮਸ਼ੀਨਰੀ ਦੇ ਆ ਕੇ? ਅੱਛਾ, ਜਦੋਂ ਪ੍ਰਸ਼ਾਸਨ ਤੁਹਾਡੇ ਕੋਲ ਆਏ, ਪੁਲਿਸ ਵਾਲੇ, ਤੁਸੀਂ ਪੁੱਛਿਆ ਉਹਨਾਂ ਨੂੰ ਵੀ ਸਾਨੂੰ ਤੁਸੀਂ ਦੱਸ ਦਿਓ ਵੀ ਕਿਸ ਤਰੀਕੇ ਨਾਲ ਮਿੱਟੀ ਪੁੱਟੀ ਹੈ, ਜਾਂ ਇਹਦਾ ਕੀ ਰੂਲ ਹੈ, ਜਾਂ ਇਹਦਾ ਕੀ ਸੰਵਿਧਾਨ ਤਹਿਤ ਕਾਨੂੰਨ ਹੈ? ਉਹ ਸਰ ਬੇਨਤੀ ਆ ਜੀ, ਉਹਦੇ ਵਾਸਤੇ ਮੈਂ ਇੱਕ ਬੇਨਤੀ ਕਰਨ ਲੱਗਾ ਵੀ ਕਿਸੇ ਸਾਡੇ ਮਾਲਕ ਦੀ ਇੰਨੀ ਹਿੰਮਤ ਨਹੀਂ ਹੁੰਦੀ ਵੀ ਜਦੋਂ ਸਾਡੀ ਮਸ਼ੀਨ ਖੇਤ 'ਚ ਖੜੀ ਆ, ਉੱਥੇ ਪੁਲਿਸ ਖੜੀ ਆ, ਜੇ ਉਹਨੂੰ ਪੁੱਛਣ ਜਾਊ ਜਾਂ ਮੈਂ ਹੀ ਲਾ ਲਓ ਜੀ ਫਰਜ਼ ਕੀਤਾ, ਉਹ ਚੱਕ ਕੇ ਅੰਦਰ ਛੱਡ ਦੇਣਾ। 6 ਮਹੀਨੇ ਜ਼ਮਾਨਤ ਨਹੀਂ ਹੋਣੀ, ਮੇਰਾ ਸਾਰਾ ਸਿਸਟਮ ਪਿੱਛੇ ਰੁਲ ਜਾਣਾ। ਅਸੀਂ ਕਿੱਦਾਂ ਪੁੱਛ ਲਈਏ ਜੀ ਜਾ ਕੇ? ਦੱਸੋ, ਸਾਡੀ ਹਿੰਮਤ ਹੀ ਨਹੀਂ। ਜੇ ਮੈਂ ਹਲਕਾ ਸ੍ਰੀ ਹਰਗੋਬਿੰਦ ਤੋਂ ਬਿਲੋਂਗ ਕਰਦਾ, ਉੱਥੇ ਇੱਕ ਮੁੰਡੇ ਦੀ ਪੋਗਲੈਂਡ ਮਸ਼ੀਨ ਖਾਲੀ ਖੜੀ ਤੇ 3 ਗੱਡੀਆਂ ਖਾਲੀ ਖੜੀ ਤੇ ਅੱਜ ਵੀ ਥਾਣੇ ਸ੍ਰੀ ਹਰਗੋਬਿੰਦਪੁਰ ਖੜੀਆਂ ਜੀ। ਤੇ ਉਹ ਮੁੰਡਾ ਮਾਲਕ ਘਰ ਬੈਠਾ ਸੀ, ਉਹਨੂੰ ਪਤਾ ਵੀ ਉਹਨੂੰ ਚੁੱਕ ਕੇ ਅੰਦਰ ਸੁੱਟਿਆ। ਉਹਦੀ ਪਤਾ ਨਹੀਂ ਵੀ 6 ਮਹੀਨੇ ਜ਼ਮਾਨਤ ਅਜੇ ਹੋਣੀ ਹੈ ਕਿ ਨਹੀਂ ਹੋਣੀ। ਕਿੱਦਾਂ ਪੁੱਛ ਲਈਏ ਜੀ? ਪੁਲਿਸ ਦੇ ਸਾਹਮਣੇ ਕਿੱਦਾਂ ਚੱਲ ਜੀਏ? ਦੱਸੋ ਜੀ, ਇਸ ਗੱਲ ਨੂੰ ਹੌਸਲਾ ਹੀ ਨਹੀਂ ਪੈ ਸਕਦਾ ਜੀ ਪੁਲਿਸ ਨੂੰ ਪੁੱਛਣ ਦਾ। ਆਹ ਹੁਣ ਤੁਹਾਡੇ ਜਰੀਏ ਪੁੱਛਣ ਹੀ ਆਏ ਆ ਜੀ, ਸਾਨੂੰ ਦੱਸ ਦੇਣ ਵੀ ਕੀ ਸਾਡਾ ਹੱਲ ਆ। ਕਿਹੜੀ ਪਾਲਿਸੀ ਹੈ? ਹਾਂ, ਕਿਹੜੀ ਪਾਲਿਸੀ ਆ? ਜੇ ਪਹਿਲੀ ਕੋਈ ਨੋਟੀਫਿਕੇਸ਼ਨ ਕਰਕੇ ਬੰਦ ਕੀਤੇ ਆ, ਸਰਦਾਰ ਚਰਨਜੀਤ ਸਿੰਘ ਚੰਨੀ ਦੇ ਐਲਾਨ ਬੰਦ ਕੀਤੇ ਆ ਇਹਨਾਂ ਦੇ, ਤੇ ਇਹ ਨਵੀਂ ਦੱਸ ਦੇਣ ਜੀ ਵੀ ਕੀ ਪਾਲਿਸੀ ਆ। ਜੇ 3 ਫੁੱਟ ਤੱਕ ਮਿੱਟੀ ਪੁੱਟਣੀ ਬੰਦ ਆ, ਮਤਲਬ ਨਹੀਂ ਪੁੱਟਣ ਦੇਣੀ, ਤੇ ਉਹਨੂੰ ਪੁੱਟਣ ਦਾ ਜਰੀਆ ਕੀ ਸਾਨੂੰ ਉਹ ਦੱਸ ਦੇਣਾ। ਸਾਨੂੰ ਕੋਈ ਸੌਖਾ ਜਿਹਾ ਇਲਾਜ ਦੱਸ ਦੇਣ ਵੀ ਐਸਡੀਐਮ ਕੋਲ ਆਹ ਕਾਗਜ਼ ਡਾਕੂਮੈਂਟ ਲੈ ਕੇ ਚਲੇ ਜਾਓ, ਉੱਥੇ ਆਹ ਫੀਸ ਭਰ ਦੇਣ। ਅਸੀਂ ਭਰਨ ਨੂੰ ਤਿਆਰ ਹਾਂ ਜੀ। ਅਸੀਂ ਅੱਜ ਭੁੱਖੇ ਮਰਦੇ ਹਾਂ, ਬੇਵੱਸ ਹੋ ਗਏ ਹਾਂ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਕੋਈ ਨਾ ਕੋਈ ਸਾਡਾ ਹੱਲ ਕੀਤਾ ਜਾਏ। ਸ਼ਰਾਬ ਦੇ ਠੇਕੇਦਾਰਾਂ ਨੂੰ ਤੁਸੀਂ 3 ਮਹੀਨੇ ਰਿਲੀਫ ਦੇ ਸਕਦੇ ਆ। ਅਸੀਂ ਕੀ ਪਾਪ ਕੀਤਾ ਜੀ? ਅਸੀਂ ਕੀ ਚੋਰੀਆਂ ਕਰ ਰਹੇ ਹਾਂ? ਅਸੀਂ ਕੀ ਲੋਕਾਂ ਦੇ ਚਿੱਟਾ ਵੇਚ ਰਹੇ ਹਾਂ? ਕਾਰੋਬਾਰ ਕਰਦੇ ਹਾਂ, ਛੋਟਾ ਕਾਰੋਬਾਰ ਕਰਕੇ 10-10 15-15 ਪਰਿਵਾਰਾਂ ਨੂੰ ਰੋਟੀ ਖਵਾ ਰਹੇ ਹਾਂ। ਅਸੀਂ ਸਾਰੇ ਬੰਦੇ ਇਕਜੁੱਟ ਮਿਲ ਵਰਤ ਕੇ ਜੀ। ਉਹ ਡਰਾਈਵਰ ਵੀ ਮਿਹਨਤ ਕਰਦੇ, ਅਸੀਂ ਵੀ ਆਪਣੀ ਮਿਹਨਤ ਕਰਦੇ ਹਾਂ, ਆਪਰੇਟਰ ਆ, ਸਾਰੇ ਪਰਿਵਾਰਾਂ ਨਾਲ ਜੁੜੇ ਹੋਏ ਹਾਂ, ਜ਼ਮੀਨ ਲੈਵਲ ਤੋਂ ਜੁੜੇ ਹੋਏ ਹਾਂ ਜੀ। ਅਸੀਂ
ਫਿਰ ਵੀ ਸਾਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ। ਸਾਡੀ ਮਸ਼ੀਨਰੀਆਂ ਖੜੀਆਂ ਜੀ। ਚੋਰੀ ਕਰਨ ਜਾਂ ਕੋਈ ਅੱਛਾ ਆਸ ਕੀ ਰੱਖਦੇ ਹੋ ਭਗਵੰਤ ਮਾਨ ਤੋਂ, ਕੀ ਆਸ ਹੈ ਤੁਹਾਨੂੰ? ਸਰ ਅੱਜ ਦੀ ਸਥਿਤੀ 'ਚ 1 ਮਹੀਨਾ ਹੋ ਗਿਆ ਜੀ। ਅੱਜ ਤਾਂ ਸਾਨੂੰ ਆਸ ਕੋਈ ਨਹੀਂ ਲੱਗਦੀ ਜੀ, ਕੋਈ ਆਸ ਨਹੀਂ ਲੱਗਦੀ। ਅੱਜ ਦੀ ਤਰੀਕ 'ਚ ਕੋਈ ਆਸ ਨਹੀਂ ਹੈਗੀ ਜੀ। ਸਾਨੂੰ ਆਸ ਸੀਗੀ, ਅਸੀਂ ਸਾਰੇ ਲੋਕਾਂ ਨੇ ਆਸ ਸਮਝੀ ਸੀ ਵੀ ਬਦਲ ਚਾਹਿਆ ਸੀ ਜੀ, ਵੀ ਵਾਕਿਆ ਹੀ ਬਦਲ ਆਉਣਾ ਚਾਹੀਦਾ। ਇਸ ਕਰਕੇ ਵਾਰੀ ਨਹੀਂ ਆਈ ਕਿਸੇ ਹੋਰ ਦੀ। ਪਰ ਹੁਣ ਅੱਜ ਸਵੇਰੇ ਇਲੈਕਸ਼ਨ ਕਰਾ ਲਓ ਜੀ, ਇਹ ਆਸ ਦਾ ਸਵੇਰੇ ਹੀ ਪਤਾ ਲੱਗ ਸਕਦਾ। ਇਲੈਕਸ਼ਨ ਸਵੇਰੇ ਹੋ ਜੇ ਤੇ ਫਿਰ ਪਤਾ ਲੱਗ ਸਕਦਾ ਵੀ ਆਸ ਕੀ ਆ। ਹੋਰ ਕੋਈ ਆਸ ਨਹੀਂ ਜੀ ਸਾਨੂੰ। ਹੋਰ ਕਾਹਦੀ ਆਸ ਆ ਸਰ? ਅੱਛਾ ਅੱਗੇ ਹੁਣ ਕੀ ਕਿਸਾਨ ਜਥੇਬੰਦੀਆਂ ਤੁਸੀਂ ਗੱਲ ਰੱਖੀ ਹੈ, ਅੱਗੇ ਕੀ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ, ਅੱਗੇ ਕੀ ਪ੍ਰੋਟੈਸਟ ਕਰੋਗੇ, ਧਰਨਾ ਦੋਗੇ, ਅੱਗੇ ਕੀ ਕਰੋਗੇ? ਅਸੀਂ ਤਾਂ ਫਿਰ ਰੋਡਾਂ ਹੀ ਜਾਮ ਕਰਾਂਗੇ ਜੀ, ਹੋਰ ਕੀ ਕਰਾਂਗੇ? ਧਰਨੇ ਚੱਲ ਰਹੇ ਸਾਰੇ। ਇਸ ਤੋਂ ਬਾਅਦ ਤਾਂ ਫਿਰ ਰੋਡਾਂ ਹੀ ਜਾਮ ਕਰਾਂਗੇ। ਅਸੀਂ ਮਸ਼ੀਨਰੀ ਲੈ ਕੇ ਸੜਕ ਤੇ ਕਢਾ ਦਾਂਗੇ ਸਾਰੀ ਆਪਦੀ, ਹੋਰ ਕਿੱਥੇ ਜਾਵਾਂਗੇ? ਚੱਕ ਕੇ ਸਾਨੂੰ ਅੰਦਰ ਕਰ ਦੇਣਗੇ ਜਿਹੜੇ ਬੰਦੇ ਅੰਦਰ ਗਏ ਸਾਡੀ ਨੇ। ਮਸ਼ੀਨਰੀ ਲੈ ਬੈਂਕਾਂ ਨੇ ਤਾਂ ਲਈ ਜਾਣੀ ਹੈ ਮਸ਼ੀਨਰੀ ਸਾਡੀ। ਕਿਸ਼ਤਾਂ ਨਹੀਂ ਜਾਂਦੀਆਂ ਪਈਆਂ। ਕਿਸ਼ਤਾਂ ਦਈਏ ਕਿੱਥੋਂ ਜੀ? ਅਸੀਂ ਤਾਂ ਡਰਾਈਵਰਾਂ ਦੀ ਤਨਖਾਹ ਬਹੁਤ ਔਖੀ ਦੇ ਰਹੇ ਹਾਂ ਜੀ। ਡਰਾਈਵਰ ਵਿਚਾਰੇ ਘਰੇ ਬੈਠੇ ਨੇ। ਆ ਕਣਕ ਪੱਠਾ ਲੈਣਾ, ਹਰ ਡਰਾਈਵਰ ਨੇ ਆਪਣੀ ਕਣਕ ਸਾਲ ਭਰ ਦੀ ਕਣਕ ਲੈਣੀ ਹੁੰਦੀ ਆ ਉਹਦੇ ਨਾਲ, ਕਿਉਂਕਿ ਉਹਨੇ ਆਪਣੇ ਮਤਲਬ ਬੱਚਿਆਂ ਵਾਸਤੇ ਉਹ ਰੋਟੀ ਤੇ ਕਿਦੋਂ ਖਾਣੀ ਹੈ ਜੀ। ਉਹਨਾਂ ਨੂੰ ਸਾਰਿਆਂ ਨੂੰ ਖਰਚੇ ਨਾ ਦੇਵਾਂਗੇ ਅੱਜ ਡਰਾਈਵਰਾਂ ਨੂੰ, ਤੇ ਸਾਡੇ ਕੋਲ ਡਰਾਈਵਰ ਕਿੱਥੋਂ ਰਹਿਣਗੇ ਜੀ? ਵਿਹਲੇ ਖੜਾਏ ਆ, ਮਹੀਨਾ ਹੋ ਗਿਆ ਕਿ ਸੀਜ਼ਨ ਆ। ਜਦੋਂ ਅੱਜ ਇੱਕ ਵਾਰੀ ਡਰਾਈਵਰ ਹਟ ਕੇ ਕਿਸੇ ਹੋਰ ਨਾਲ ਚਲਾ ਗਿਆ, ਕਿਸੇ ਹੋਰ ਕੰਮ ਤੇ ਚਲਾ ਗਿਆ, ਦੁਬਾਰੇ ਡਰਾਈਵਰ ਮੁੜਨਾ ਨਹੀਂ। ਉਨੀ ਦੇਰ ਨੂੰ ਝੋਨੇ ਦੇ ਬਿਜਾਈ ਸ਼ੁਰੂ ਹੋ ਜਾਣੀ ਆ, ਸਾਡਾ ਸੀਜ਼ਨ ਖਤਮ, ਬਰਸਾਤ ਆ ਗਈ, ਸਾਡਾ ਕੰਮ, ਕਿਉਂਕਿ ਅਸੀਂ ਮਿੱਟੀ ਨਾਲ ਜੁੜੇ ਹੋਏ, ਰੋਡ ਨਾਲ ਸਾਡਾ ਕੰਮ ਕੋਈ ਨਹੀਂ। ਅਸੀਂ ਮਿੱਟੀ ਖੇਤ 'ਚੋਂ ਚੱਕਣੀ ਆ। ਖੇਤ 'ਚ ਜਦੋਂ ਬਰਸਾਤ ਆਉਣੀ ਆ, ਚਿੱਕੜ ਹੋ ਜਾਣਾ, ਨਾ ਸਾਡੀਆਂ ਗੱਡੀਆਂ ਨਿਕਲਣੀਆਂ, ਨਾ ਸਾਡੇ ਟਰੈਕਟਰ ਨਿਕਲਣੇ ਆ ਜੀ। ਸਾਡਾ ਬੰਦ ਹੋ ਜਾਣਾ ਜੀ। ਜਿੰਨੇ ਵੀ ਇੱਥੇ ਆਏ ਨੇ ਸਾਰਿਆਂ ਦੇ ਕੇਸ ਨੇ। ਸਾਰੇ ਹੀ ਮਸ਼ੀਨਾਂ ਵਾਲੇ ਆ। ਕੇਸ ਤੇ 1-2-4 ਮੁੰਡਿਆਂ ਦੇ ਹੋਣਗੇ, ਲੇਕਿਨ ਇਹ ਸਾਰੇ ਹੀ ਮਸ਼ੀਨਾਂ ਵਾਲੇ ਆ। ਅਸੀਂ ਕੇਸ ਦੀ ਗੱਲ ਆ ਵੀ ਜਿਸ ਦਿਨ ਤੋਂ ਸਾਨੂੰ ਪਤਾ ਲੱਗਾ ਵੀ ਸਰਕਾਰ ਫੜੋ ਫੜਾਈ ਕਰ ਰਹੀ ਆ, ਅਸੀਂ ਆਪਣੀਆਂ ਗੱਡੀਆਂ ਜਦੀ ਖੜਾ ਦਿੱਤੀਆਂ। ਹੁਣ ਜੇ ਕੋਈ ਜਾਣ ਬੁੱਝ ਕੇ ਕੋਈ ਰਾਤ ਬਰਾਤੇ ਚੱਲਦਾ ਜਾਂ ਕੋਈ, ਉਹ ਫਿਰ ਕੇਸ ਤੇ ਉਹਦੇ ਤੇ ਹੋਊ। ਦੂਜਾ ਜਿਹੜਾ ਬੰਦੇ ਨੇ ਇੱਕ ਜਗ੍ਹਾ ਤੇ ਖੜੀ ਮਸ਼ੀਨਰੀ, ਉਹਦੇ ਖੜੀ ਤੇ ਕਿੱਦਾਂ ਕੇਸ ਹੋ ਜੂ ਜੀ? ਇਸ ਕਰਕੇ ਅਸੀਂ ਤੇ ਖੜੇ ਕੀਤੇ ਆ। ਅਸੀਂ ਕਹਿੰਦੇ ਆ ਵੀ ਸਾਰਿਆਂ ਦਾ ਕੰਮ ਚੱਲੇ। ਪਾਲਿਸੀ ਚਾਹੁੰਦੇ ਹੋ? ਹਾਂ, ਅਸੀਂ ਪਾਲਿਸੀ ਚਾਹੁੰਦੇ ਆ ਵੀ ਕੋਈ ਵੀ ਪਾਲਿਸੀ ਹੈ। ਸਾਡੀ 3 ਫੁੱਟ ਮਿੱਟੀ ਜਿਹੜਾ ਜ਼ਿਮੀਂਦਾਰ ਕਾਸ਼ਤਕਾਰ ਆ, ਅਸੀਂ ਉਹਦੇ ਤੋਂ ਮੁੱਲ ਲਈ ਹੋਈ ਆ। ਮੁੱਲ ਲਈ ਹੋਈ ਮਿੱਟੀ ਸਾਡੀ ਸਾਨੂੰ ਚੁੱਕਣ ਦਿੱਤੀ ਜਾਵੇ, ਕਿਉਂਕਿ ਸਾਡੇ 6-6 ਮਹੀਨੇ ਦਾ ਟਾਈਮ ਹੁੰਦਾ। ਅਸੀਂ 6-6 ਮਹੀਨੇ ਦੇ ਜਨਵਰੀ ਮਹੀਨੇ ਤੋਂ ਲੈ ਕੇ 6ਵਾਂ ਮਹੀਨਾ ਤੱਕ ਅਸੀਂ ਕਰਾਉਨੇ ਆ ਵੀ ਅਸੀਂ ਮਤਲਬ ਫਸਲ ਬੀਜਣ ਨਹੀਂ ਦਿੰਦੇ ਉਹਨੂੰ, ਉਹਦਾ ਠੇਕਾ ਦੇ ਦਿੰਦੇ ਆ ਵੱਧ 6 ਮਹੀਨੇ ਦਾ। ਮਤਲਬ ਉਹ ਹੁਣ ਸਾਡੇ ਫਸਲਾਂ ਜਿਹੜੀ ਮਿੱਟੀ ਦੇ ਟਾਈਮ ਲੰਘ ਜਾ ਰਿਹਾ, ਉਹ ਜ਼ਿਮੀਂਦਾਰ ਨੇ ਐਡਵਾਂਸ ਪੇਮੈਂਟ ਲਈ ਆ ਜੀ। ਅਸੀਂ ਮਿੱਟੀ ਤੋਂ ਵੀ ਜਾਂਦੇ ਰਹਿਣਾ ਤੇ ਮੂਹਰੇ ਸਾਡਾ ਸੀਜ਼ਨ ਵੀ ਖਤਮ ਹੋ ਗਿਆ ਜੀ। ਅਸੀਂ ਬੇਵਸਾ ਹੀ ਸਰਕਾਰ ਨੂੰ ਇਹ ਚਾਹੁੰਦੇ ਆ ਵੀ ਸਾਡਾ ਕਿਸੇ ਤਰੀਕੇ ਨਾਲ ਵੀ ਕੰਮ ਚਲਾਇਆ ਜਾਵੇ ਜੀ। ਪ੍ਰੈਸ ਨੂੰ ਵੀ ਇਹੀ ਬੇਨਤੀ ਕਰਦੇ ਆ ਵੀ ਸਾਡੀ ਭਗਵੰਤ ਮਾਨ ਤੱਕ ਨਾ ਸਾਡਾ ਵੀ ਤੁਸੀਂ ਵੀ ਸਾਡੀ ਗੱਲ ਪਹੁੰਚਾਓ। ਤੁਸੀਂ ਵੀ ਭਗਵੰਤ ਮਾਨ ਤੱਕ ਜਾਂਦੇ ਹੋ। ਸਾਡੀ ਪ੍ਰੈਸ ਕੋਲ ਵੀ ਬੇਨਤੀ ਇਹੀ ਆ ਵੀ ਸਾਡੀ ਉੱਥੇ ਪਹੁੰਚ ਕਰਕੇ ਸਾਡੀ ਕੋਈ ਪਾਲਿਸੀ ਬਣਾਈ ਜਾਵੇ। ਤੁਸੀਂ ਵੀ ਜਾ ਕੇ ਦੱਸੋ ਨਾ ਉੱਥੇ। ਇਹ ਉਹ ਬੰਦੇ ਨੇ ਵੀਰ ਜੀ ਜਿਨ੍ਹਾਂ ਨੇ ਆਗੂ ਹੋ ਕੇ ਸਾਰਿਆਂ ਨੂੰ ਐਮਐਲਏ ਨੂੰ ਵੋਟ ਪਵਾਈ, ਆਮ ਆਦਮੀ ਪਾਰਟੀ ਨੂੰ। ਅਸੀਂ ਉਹ ਬੰਦਿਆਂ ਦੇ ਵਿੱਚੋਂ ਆ ਸਾਰੇ, ਜਿਨ੍ਹਾਂ ਨਾਲ ਜੁੜ ਕੇ ਵੋਟਾਂ ਪਵਾਈਆਂ ਨੇ ਜੀ। ਅੱਜ ਸਾਨੂੰ ਸਾਡੇ ਨਾਲ ਧੱਕਾ ਹੋ ਰਿਹਾ ਬਹੁਤ ਜ਼ਿਆਦਾ। ਅਸੀਂ ਗਰੀਬ ਬੰਦੇ ਆ। ਇੱਕ ਟਰਾਲੀ ਵਾਲੇ ਮਾਲਕਾਂ ਮੁੰਡੇ 3-4 ਹੈਗੇ ਸਾਡੇ ਨਾਲ, ਲੁਧਿਆਣੇ ਤੋਂ ਆਏ ਅਸੀਂ। ਸਾਡੇ ਸਾਰਿਆਂ ਨਾਲ ਧੱਕਾ ਹੋ ਰਿਹਾ। ਇਹ ਅੱਗੇ ਹੋ ਕੇ ਵੋਟਾਂ ਪਵਾਉਣ ਦਾ ਆਹੀ ਸਾਨੂੰ, ਅਗਰ ਸਾਨੂੰ ਪਤਾ ਹੁੰਦਾ ਕਿ ਸਾਡੇ ਨਾਲ ਆ ਹੋਣਾ ਸੀ ਤਾਂ ਅਸੀਂ ਕਦੇ ਵੀ ਨਹੀਂ ਸੀ ਇਹਨਾਂ ਦੇ ਨਾਲ ਤੁਰਨਾ ਜੀ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਜਿੰਨੇ ਵੀ ਤੁਸੀਂ ਕੈਮਰੇ ਅੱਗੇ ਇਹ ਸਾਰੇ ਕਿਸਾਨ ਦੇਖ ਰਹੇ ਹੋ, ਕਈਆਂ ਦੇ ਉੱਤੇ 3-4 ਸ਼ਖਸ ਹੈਗੇ ਨੇ, ਪਰਚੇ ਦਰਜ ਨੇ, ਮਸ਼ੀਨਾਂ ਵਾਲੇ ਨੇ। ਮਸ਼ੀਨਾਂ ਅੱਜ ਵੀ ਖੇਤਾਂ ਵਿੱਚ ਖੜੀਆਂ ਨੇ, ਕਿਸ਼ਤਾਂ ਵੀ ਨਹੀਂ ਜਾ ਰਹੀਆਂ, ਤਨਖਾਹਾਂ ਵੀ ਦੇਣੀਆਂ ਹੁੰਦੀਆਂ ਨੇ ਤੇ ਪਰਚੇ ਲਗਾਤਾਰ ਦਰਜ ਹੋ ਰਹੇ ਨੇ। ਜਿਨ੍ਹਾਂ ਨੇ 3 ਫੁੱਟ ਤੋਂ ਜਾਂ 3 ਫੁੱਟ ਤੋਂ ਘੱਟ ਵੀ ਮਿੱਟੀ ਪੁੱਟੀ ਹੈ, ਉਹਨਾਂ ਦੀ ਮਸ਼ੀਨਾਂ ਪੁਲਿਸ ਵਾਲੇ ਚੁੱਕ ਕੇ ਲੈ ਗਏ ਨੇ। ਇਹ ਸੀ ਦੂਸਰਾ ਪਾਸਾ। ਜਦੋਂ ਸਰਕਾਰ ਆਈ ਸੀ ਸੱਤਾ ਦੇ ਵਿੱਚ, ਉਦੋਂ ਕਿਹਾ ਗਿਆ ਸੀ ਕਿ ਨੌਕਰੀਆਂ ਦੇਵਾਂਗੇ। ਚੰਨੀ ਸਾਹਿਬ ਇੱਕ ਨੋਟੀਫਿਕੇਸ਼ਨ ਕਰਦੇ ਨੇ, ਪ੍ਰੈਸ ਅੱਗੇ ਆ ਕੇ ਬੋਲਦੇ ਨੇ ਕਿ 3 ਫੁੱਟ ਤੱਕ ਜ਼ਿਮੀਂਦਾਰ ਕਿਸਾਨ ਆਪਣੀ ਜ਼ਮੀਨ ਵਿੱਚ ਮਿੱਟੀ ਪੁੱਟ ਸਕਦਾ ਹੈ। ਪਰ ਜਦੋਂ ਕਿਸਾਨਾਂ ਨੇ ਪੁੱਟਣੀ ਸ਼ੁਰੂ ਕੀਤੀ, ਉਸ ਸਟੇਟਮੈਂਟ ਤੋਂ ਬਾਅਦ ਸੱਤਾ ਬਦਲੀ, ਪਰ ਪਰਚੇ ਦਰਜ ਹੋਣੇ ਸ਼ੁਰੂ ਹੋ ਗਏ ਨੇ। ਕਈਆਂ ਦੇ ਉੱਤੇ ਇਹੋ ਜਿਹੇ ਪਰਚੇ ਹੈਗੇ ਨੇ 6 ਮਹੀਨੇ ਤੱਕ ਜ਼ਮਾਨਤ ਵੀ ਨਹੀਂ ਹੋਣੀ। ਉਹ ਹਾਈ ਕੋਰਟ ਵਿੱਚੋਂ ਇਸ ਦੀ ਜ਼ਮਾਨਤ ਹੋ ਰਹੀ ਹੈ। ਅੱਜ ਵੀ ਮੁੰਡੇ ਕਈ ਜੇਲ੍ਹਾਂ ਦੇ ਵਿੱਚ ਬੰਦ ਨੇ। ਮਸ਼ੀਨਾਂ ਖੇਤਾਂ ਵਿੱਚ ਖੜੀਆਂ ਨੇ, ਕਿਸ਼ਤਾਂ ਜਾਣੀਆਂ ਬੰਦ ਹੋ ਗਈਆਂ ਨੇ। ਇੱਕ ਖੇਤ ਦੇ ਨਾਲ 15 ਪਰਿਵਾਰ ਜੁੜੇ ਹੋਏ ਨੇ। ਉਹਨਾਂ 15 ਪਰਿਵਾਰਾਂ ਦੀ ਵੀ ਰੋਟੀ ਰੁਕ ਗਈ ਹੈ। ਤੇ ਪੰਜਾਬ 'ਚ ਦੂਜਾ ਪਾਸਾ ਸੀ ਕਿਸਾਨਾਂ ਨੇ ਜੋ ਅੱਜ ਦਿਖਾ ਕੀਤੀ ਹੈ ਜਾਂ ਅੱਜ ਬੇਨਤੀ ਕਰਦੇ ਨੇ ਭਗਵੰਤ ਮਾਨ ਨੂੰ ਕਿ ਉਹ ਨੋਟੀਫਿਕੇਸ਼ਨ ਜਾਂ ਕਿਸੇ ਪਾਲਿਸੀ ਦਾ ਹੀ ਦੱਸਣ ਵੀ ਕਿਸ ਤਰੀਕੇ ਦੇ ਨਾਲ ਜ਼ਮੀਨ ਵਿੱਚੋਂ ਮਿੱਟੀ ਪੁੱਟੀ ਜਾਵੇ।